ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਕਤ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੀਵਨ ਨੂੰ ਵਿਚਾਰਦਿਆਂ ਅਸੀਂ ਉਹਨਾਂ ਦੇ ਬਚਪਨ ਦੇ ਨਾਲ ਸੰਬੰਧਿਤ ਇੱਕ ਸਾਖੀ ਨੂੰ ਪੜ੍ਹਦੇ ਹਾਂ, ਜਿਹਦੇ ਵਿੱਚ ਇਸ ਗੱਲ ਦਾ ਹਵਾਲਾ ਆਉਂਦਾ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਘਰ ਦਾ ਜਿਹੜਾ ਪੰਡਿਤ ਹਰਦਿਆਲ ਹੈ, ਉਸ ਨੂੰ ਬੁਲਾ ਕੇ, ਬਾਕੀ ਰਿਸ਼ਤੇਦਾਰਾਂ ਨੂੰ ਬੁਲਾ ਕੇ, ਤੇ ਇੱਕ ਖਾਸ ਰਸਮ ਜਿਹਨੂੰ ਜਨੇਊ ਦੀ ਰਸਮ ਕਿਹਾ ਜਾਂਦਾ ਹੈ, ਕਿਉਂਕਿ ਜੇ ਵਰਣ ਵੰਡ ਦੇ ਹਿਸਾਬ ਦੇ ਨਾਲ ਚੱਲੀਏ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਖੱਤਰੀ ਪਰਿਵਾਰ ਦੇ ਵਿੱਚੋਂ ਨੇ, ਤੇ ਹਿੰਦੂ ਮਤ ਦੇ ਅਨੁਸਾਰ ਬ੍ਰਾਹਮਣ, ਖੱਤਰੀ ਤੇ ਵੈਸ਼ ਇਹ ਤਿੰਨ ਜਾਣੇ ਜਨੇਊ ਦੇ ਅਧਿਕਾਰੀ ਨੇ। ਔਰ ਇਸ ਕਰਕੇ ਕਿਉਂਕਿ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਉਹਨਾਂ ਦੇ ਜਿਹੜੇ ਵੱਡੇ ਵਡੇਰੇ ਸੀ, ਉਹਨਾਂ ਦੇ ਘਰ ਦੇ ਵਿੱਚ ਉਹ ਲਗਭਗ ਉਹੀ ਰਸਮਾਂ ਨਿਭਾਈਆਂ ਜਾਂਦੀਆਂ ਸੀ ਜਿਹੜੀਆਂ ਹਿੰਦੂ ਧਰਮ ਦੇ ਵਿੱਚ ਪ੍ਰਚਲਿਤ ਨੇ। ਰਿਸ਼ਤੇਦਾਰ ਬੁਲਾਏ ਜਾਂਦੇ ਸੀ ਇਹਨਾਂ ਸਮਾਗਮਾਂ ਦੇ ਉੱਤੇ, ਖਾਸ ਕਰਕੇ ਜਿੱਦਾਂ ਅੱਜ ਵੀ ਅਸੀਂ ਕੋਈ ਬੱਚੇ ਦੇ ਜਨਮ ਦੇ ਉੱਤੇ ਸੰਗਤ ਦੀ ਇਕੱਤਰਤਾ ਕਰਦੇ ਹਾਂ, ਰਿਸ਼ਤੇਦਾਰ ਬੁਲਾਉਂਦੇ ਹਾਂ, ਉਦੋਂ ਇਹਨਾਂ ਸਮਾਗਮਾਂ ਦੇ ਉੱਤੇ ਰਿਸ਼ਤੇਦਾਰ ਬੁਲਾਏ ਜਾਂਦੇ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਰਿਸ਼ਤੇਦਾਰ ਜੋ ਨੇੜੇ ਦੇ ਲੋਕ ਨੇ, ਇਹ ਸਾਰੇ ਆਏ ਹੋਏ ਨੇ। ਤੇ ਜਿਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਜਨੇਊ ਪਾਇਆ ਜਾਣ ਲੱਗਾ ਸੀ, ਤੇ ਮਹਾਰਾਜ ਜੀ ਨੇ ਜਨੇਊ ਪਾਉਣ ਤੋਂ ਮਨਾ ਕਰ ਦਿੱਤਾ ਸੀ। ਔਰ ਉਹਦਾ ਕਾਰਨ ਜਿਹੜਾ ਸਾਡੇ ਇਤਿਹਾਸਕਾਰਾਂ ਨੇ ਇਹ ਲਿਖਿਆ ਹੈ ਕਿ ਸਤਿਗੁਰੂ ਕਹਿੰਦੇ ਨੇ ਵੀ ਭਾਈ ਇਹ ਮੈਨੂੰ ਪਾਉਣਾ ਕਿਉਂ ਹੈ। ਤੇ ਸਤਿਗੁਰੂ ਨੂੰ ਅੱਗੋਂ ਜਿਹੜਾ ਹਰਦਿਆਲ ਪੰਡਿਤ ਜੀ, ਉਹਨਾਂ ਨੇ ਜਵਾਬ ਦਿੱਤਾ ਸੀ ਵੀ ਇਹਨੂੰ ਪਾਉਣ ਦੇ ਨਾਲ ਬੰਦਾ ਧਾਰਮਿਕ ਹੋ ਜਾਂਦਾ ਹੈ। ਤੇ ਮਹਾਰਾਜ ਜੀ ਨੇ ਫਿਰ ਆਹ ਸ਼ਲੋਕ ਜਿਹੜਾ ਹੈ ਉਸ ਵੇਲੇ ਉੱਥੇ ਉਚਾਰਿਆ ਹੈ ਕਿ ਇਕੱਲਾ ਬਾਹਰ ਦਾ ਕੋਈ ਚਿੰਨ੍ਹ ਪਾਉਣ ਦੇ ਨਾਲ ਬੰਦਾ ਧਾਰਮਿਕ ਨਹੀਂ ਹੁੰਦਾ। ਕਿਸੇ ਨੂੰ ਇਸ ਤਰ੍ਹਾਂ ਲੱਗਣ ਲੱਗ ਪਵੇ ਕਿ ਕੋਈ ਖਾਸ ਤਰੀਕੇ ਦੇ ਕੱਪੜੇ ਪਹਿਨ ਲੈਂਦਾ ਹੈ ਤੇ ਬੰਦਾ ਧਾਰਮਿਕ ਹੋ ਜਾਂਦਾ ਹੈ, ਜਾਂ ਕੋਈ ਖਾਸ ਤਰੀਕੇ ਦਾ ਟਿੱਕਾ ਲਾ ਲਵੇ ਤੇ ਬੰਦਾ ਧਾਰਮਿਕ ਹੋ ਜਾਂਦਾ ਹੈ। ਸਾਡੇ ਵੀ ਇਸ ਤਰ੍ਹਾਂ ਕੁਝ ਕਕਾਰ ਨੇ, ਚਿੰਨ੍ਹ ਨੇ, ਵੀ ਉਹਨੂੰ ਇੰਝ ਲੱਗੇ ਵੀ ਇਹਨਾਂ ਦੀ ਪਿੱਛੇ ਅਹਿਮੀਅਤ ਕੀ ਹੈ, ਤੇ ਉਹਨਾਂ ਨੂੰ ਨਾ ਸਮਝੇ, ਸਿਰਫ ਸਰੀਰ ਦੇ ਉੱਤੇ ਧਾਰਨ ਕਰ ਲਵੇ ਤੇ ਕਵੇ ਮੈਂ ਧਾਰਮਿਕ ਹੋ ਗਿਆ ਹਾਂ। ਸਤਿਗੁਰੂ ਕਹਿੰਦੇ ਇਦਾਂ ਕੁਝ ਨਹੀਂ ਹੁੰਦਾ। ਇਹ ਬਿਲਕੁਲ ਇਦਾਂ ਦੀ ਗੱਲ ਹੈ ਵੀ ਕੋਈ ਜਾਣਾ ਜਿਹਨੂੰ ਨਾਟਕ ਕਰਨ ਦੀ ਆਦਤ ਹੋਵੇ ਤੇ ਵਕੀਲ ਦੇ ਕੱਪੜੇ ਪਾ ਕੇ ਬੈਠ ਜਾਵੇ, ਵਕੀਲ ਤੇ ਨਹੀਂ ਬਣ ਜਾਂਦਾ। ਡਾਕਟਰ ਦੇ ਕੱਪੜੇ ਬਾਜ਼ਾਰੋਂ ਕਿੰਨੇ ਮਿਲਦੇ ਨੇ, ਸਾਰੇ ਪਾਉਣ ਵਾਲੇ ਡਾਕਟਰ ਤੇ ਨਹੀਂ ਬਣ ਜਾਂਦੇ। ਅਸਲ ਦੇ ਵਿੱਚ ਧਾਰਮਿਕ ਚਿੰਨ੍ਹ ਬਾਅਦ ਦੇ ਵਿੱਚ ਪ੍ਰਗਟ ਹੁੰਦੇ ਨੇ। ਧਾਰਮਿਕ ਚਿੰਨ੍ਹ ਉਦੋਂ ਪ੍ਰਗਟ ਹੁੰਦੇ ਨੇ ਜਦੋਂ ਅੰਦਰ ਤੋਂ ਅਸੀਂ ਆਪਣੇ ਆਪ ਨੂੰ ਪੂਰਾ ਤਿਆਰ ਕਰ ਲੈਂਦੇ ਹਾਂ। ਜੇਕਰ ਇਹ ਸਾਨੂੰ ਇਦਾਂ ਹੀ ਮਿਲ ਜਾਂਦੇ ਨੇ, ਫਿਰ ਬਹੁਤੀ ਵਾਰ ਸਾਨੂੰ ਇਹਨਾਂ ਦੀ ਅਹਿਮੀਅਤ ਵੀ ਨਹੀਂ ਪਤਾ ਹੁੰਦੀ। ਔਰ ਕਾਹਦੇ ਲਈ, ਤੁਹਾਨੂੰ ਵੀ ਇਸ ਗੱਲ ਦੇ ਬਾਰੇ ਜਾਣਕਾਰੀ ਹੈ। ਜੇ ਗਲਤੀਆਂ ਮੇਰਾ ਮਨ ਕਰਦਾ ਪਿਆ ਹੈ, ਤੇ ਕਿਹੜਾ ਧਾਗਾ ਹੈ ਜਿਹੜਾ ਮਨ ਨੂੰ ਮੈਂ ਪਾ ਸਕਦਾ ਹਾਂ ਕਿ ਮਨ ਦੇ ਦੁਆਰਾ ਉਹ ਗਲਤੀਆਂ ਨਾ ਹੋਣਗੀਆਂ। ਮਨ ਨੂੰ ਮਨ ਹੀ ਸਮਝਾ ਸਕਦਾ ਹੈ, ਹੋਰ ਕੋਈ ਚੀਜ਼ ਨਹੀਂ ਸਮਝਾ ਸਕਦੀ। ਇਸ ਕਰਕੇ ਮਹਾਰਾਜ ਜੀ ਨੇ ਉਹਨਾਂ ਲੋਕਾਂ ਦੇ ਬਾਰੇ ਗੱਲ ਕੀਤੀ ਹੈ ਜਿਹਦੇ ਵਿੱਚ ਅਸੀਂ ਵੀ ਆ ਜਾਂਦੇ ਹਾਂ ਕਿ ਲੋਕੀ ਧਾਰਮਿਕ ਚਿੰਨ੍ਹਾਂ ਦਾ ਤੇ ਬੜਾ ਖਿਆਲ ਰੱਖਦੇ ਨੇ, ਧਾਰਮਿਕ ਸੰਸਕਾਰਾਂ ਦਾ ਬੜਾ ਖਿਆਲ ਰੱਖਦੇ ਨੇ, ਪਰ ਜਦੋਂ ਉਹਨਾਂ ਦੇ ਜੀਵਨ ਵੱਲ ਵੇਖੀਦਾ ਤੇ ਜੀਵਨ ਦੇ ਵਿੱਚ ਉਹ ਲੋਕ ਓਨੇ ਧਾਰਮਿਕ ਨਹੀਂ ਨੇ। ਜਿਸ ਬੰਦੇ ਨੂੰ ਧਾਰਮਿਕ ਚਿੰਨ੍ਹ ਪਾ ਕੇ ਵੀ ਫਿਰ ਗੁੱਸਾ ਹੀ ਆਉਂਦਾ ਰਹਿੰਦਾ ਹੈ, ਇਦਾਂ ਕਹਿ ਲਈਏ ਵੀ ਕਦੀ ਕਿਸੇ ਦੂਸਰੇ ਦੇ ਵੱਲ ਵੇਖ ਕੇ ਬੰਦੇ ਦਾ ਮਨ ਦੁਖੀ ਨਹੀਂ ਹੁੰਦਾ, ਜਿਹਨੂੰ ਦੂਸਰੇ ਦਾ ਦੁੱਖ ਲੱਗਦਾ ਹੀ ਨਹੀਂ ਹੈ, ਕਿ ਪੱਥਰ ਬਣ ਕੇ ਜ਼ਿੰਦਗੀ ਜੀਵੀ ਜਾ ਰਹੇ ਨੇ। ਸਤਿਗੁਰੂ ਕਹਿੰਦੇ ਇਹੋ ਜਿਹੇ ਬੰਦੇ ਧਾਰਮਿਕ ਚਿੰਨ੍ਹ ਜਿੰਨੇ ਮਰਜ਼ੀ ਪਾਲਣ, ਕੋਈ ਫਾਇਦਾ ਨਹੀਂ ਰਹਿੰਦਾ ਇਹਨਾਂ ਚਿੰਨ੍ਹਾਂ ਦਾ।
ਇਹਦਾ ਮਤਲਬ ਇਹ ਨਾ ਸਮਝ ਲੈਣਾ ਵੀ ਚਿੰਨ੍ਹ ਪਾਉਣੇ ਨਹੀਂ ਚਾਹੀਦੇ, ਪਰ ਇਹਦਾ ਮਤਲਬ ਇਹ ਵੀ ਹੈ ਵੀ ਭਾਈ ਜੇਕਰ ਕਿਸੇ ਨੇ ਧਾਰਮਿਕ ਚਿੰਨ੍ਹ ਧਾਰਨ ਕੀਤੇ ਨੇ ਤੇ ਜਾਂ ਨਹੀਂ ਧਾਰਨ ਕੀਤੇ, ਬੰਦੇ ਦੇ ਅੰਦਰ ਜਿਹੜੇ ਗੁਣ ਹੋਣੇ ਚਾਹੀਦੇ ਨੇ ਉਹ ਸਾਰਿਆਂ ਦੇ ਅੰਦਰ ਹੋਣੇ ਹੀ ਚਾਹੀਦੇ ਨੇ। ਜੇ ਨਹੀਂ ਨੇ ਤੇ ਬੰਦੇ ਤੇ ਪੱਥਰ ਦੇ ਵਿੱਚ ਫਰਕ ਕੀ ਹੈ? ਜੇ ਜ਼ਿੰਦਗੀ ਦੇ ਵਿੱਚ ਸੰਜਮ ਨਹੀਂ ਹੈ, ਪੇਸ਼ੈਂਸ ਨਹੀਂ ਹੈ, ਸੰਤੋਖ ਨਹੀਂ ਹੈ, ਤੇ ਗੁਰੂ ਸਾਹਿਬ ਕਹਿੰਦੇ ਨੇ ਫਿਰ ਬਾਹਰੋਂ ਅਸੀਂ ਜਿੰਨੇ ਮਰਜ਼ੀ ਧਾਰਮਿਕ ਕੱਪੜੇ ਵੀ ਪਾ ਲਈਏ, ਜਿੰਨੇ ਮਰਜ਼ੀ ਅਸੀਂ ਧਾਰਮਿਕ ਬਣ ਜਾਈਏ, ਸਾਡਾ ਇਹ ਧਾਰਮਿਕ ਹੋਣਾ ਸਿਰਫ ਇੱਕ ਸਾਨੂੰ ਲੁੱਟਣ ਦੇ ਲਈ ਪਖੰਡ ਹੋ ਸਕਦਾ ਹੈ। ਸਾਡਾ ਆਪਣੇ ਆਪ ਦੇ ਨਾਲ ਹੀ ਧੋਖਾ ਹੈ, ਹੋਰ ਕਿਸੇ ਦੇ ਨਾਲ ਧੋਖਾ ਨਹੀਂ ਹੈ। ਔਰ ਬਚਨ ਵੇਖੋ, ਕਿਉਂਕਿ ਜਿਹੜਾ ਜਨੇਊ ਹੁੰਦਾ ਸੀ ਜਾਂ ਹੁੰਦਾ ਹੈ, ਉਹ ਹਰ ਇੱਕ ਵਰਣ ਦੇ ਹਿਸਾਬ ਦੇ ਨਾਲ ਵੱਖਰਾ ਹੁੰਦਾ ਹੈ। ਹੁਣ ਜਦੋਂ ਉਹਦੇ ਵਿੱਚ ਬਾਬਾ ਕਬੀਰ ਸਾਹਿਬ ਨੇ ਵੀ ਗੱਲ ਕੀਤੀ ਹੈ ਬਨਾਰਸ ਦੇ ਪੰਡਤਾਂ ਦੇ ਬਾਰੇ, ਕਿਉਂਕਿ ਉਹਨਾਂ ਨੇ ਤੇ ਪ੍ਰੈਕਟੀਕਲ ਕਰਕੇ ਵੇਖਿਆ ਹੋਵੇਗਾ ਨਾ, ਕਿਉਂਕਿ ਉੱਥੇ ਰਹਿਣ ਵਾਲੇ ਨੇ। ਹੋ ਸਕਦਾ ਹੈ ਜਿਨ੍ਹਾਂ ਦੇ ਬਾਰੇ ਅਸੀਂ ਕੁਝ ਬਹੁਤਾ ਜਾਣਦੇ ਨਹੀਂ ਹੁੰਦੇ, ਉਹ ਸਾਨੂੰ ਚੰਗੇ ਵੀ ਲੱਗਦੇ ਹੋਣ, ਪਰ ਜਦੋਂ ਅਸੀਂ ਕੁਝ ਜਾਣ ਜਾਂਦੇ ਹਾਂ ਫਿਰ ਸਾਡਾ ਦਿਲ ਵੀ ਟੁੱਟ ਜਾਂਦਾ ਵੀ ਮੈਂ ਤੇ ਇਹਨਾਂ ਬੰਦਿਆਂ ਨੂੰ ਇਦਾਂ ਦਾ ਸਮਝਦਾ ਸੀ। ਬਾਬਾ ਕਬੀਰ ਕਹਿੰਦੇ ਨੇ, ਗਜ਼ ਸਾਢੇ ਤਹਿ ਤਹਿ ਧੋਤੀਆਂ ਤੇਹਰੇ ਪਾਏ ਨ ਤੱਗ, ਗਲੀ ਜਿੰਨਾ ਜਪ ਮਾਲੀਆਂ ਲੋਟੇ ਹੱਥ ਨੇ ਬੱਗ, ਓਏ ਹਰ ਕੇ ਸੰਤ ਨਾ ਆਖੀਆਂ ਬਾਨਾਸ਼ ਕੇ ਠੱਗ। ਹੁਣ ਧੋਤੀ ਵੀ ਬੜੇ ਕਮਾਲ ਦੀ ਹੈ। ਗੁਰੂ ਸਾਹਿਬ ਨੇ ਪਿਛਲੀਆਂ ਸ਼ਲੋਕਾਂ ਦੇ ਵਿੱਚ ਬੋਲਿਆ ਹੈ, ਦੋਏ ਧੋਤੀ ਬਸਤਰ ਕਪਾਟਨ। ਭਾਵ ਕਿ ਤੁਸੀਂ ਕਦੀ ਵੇਖੋਗੇ ਧਾਰਮਿਕ ਬੰਦਾ, ਅਸੀਂ ਵੀ ਇਹਦੇ ਵਿੱਚ ਹੀ ਆ ਜਾਂਦੇ ਹਾਂ, ਜਿਹਨੂੰ ਆਦਤ ਪੈ ਜਾਂਦੀ ਹੈ ਨਾ ਧਾਰਮਿਕ ਰਸਮਾਂ ਨਿਭਾਉਣ ਦੀ, ਉਹ ਆਪਣਾ ਕੱਪੜਾ ਗੰਦਾ ਨਹੀਂ ਹੋਣ ਦਿੰਦਾ। ਕਿਉਂ? ਉਹਨੂੰ ਲੱਗਦਾ ਵੀ ਮੈਂ ਇਹ ਗੰਦੇ ਕੱਪੜੇ ਪਾ ਕੇ ਤੇ ਅੰਦਰ ਨਹੀਂ ਆ ਸਕਦਾ। ਤੁਸੀਂ ਕਿਤੇ ਵੇਖ ਲੈਣਾ, ਮਹਾਰਾਜ ਜੀ ਨੇ ਇਹਨੂੰ ਗੁਰਬਾਣੀ ਦੇ ਵਿੱਚ ਇਦਾਂ ਬੋਲਿਆ ਹੈ, ਗੁਰੂ ਨਾਨਕ ਸਾਹਿਬ ਜੀ ਦਾ ਹੀ ਬੋਲ ਹੈ, ਜੇ ਰਤ ਲੱਗੇ ਕੱਪੜਾ ਜਾਮਾ ਹੋਏ ਪਲੀਤ। ਜੇ ਕਿਤੇ ਬੰਦੇ ਦੇ ਕੱਪੜੇ ਨੂੰ ਥੋੜਾ ਬਹੁਤਾ ਖੂਨ ਲੱਗਾ ਹੋਵੇ ਜਾਂ ਸਾਡਾ ਕੱਪੜਾ ਵੈਸੇ ਹੀ ਕਿਤੇ ਗੰਦਾ ਹੋ ਜਾਵੇ, ਤੇ ਤੁਸੀਂ ਵੀ ਸਮੇਤ ਮੇਰੇ ਗੁਰਦੁਆਰਾ ਸਾਹਿਬ ਆਉਣ ਤੋਂ ਪਹਿਲਾਂ ਅਸੀਂ ਸੋਚਦੇ ਹੀ ਹਾਂ ਵੀ ਕੱਪੜੇ ਗੰਦੇ ਨੇ, ਗੰਦੇ ਕੱਪੜਿਆਂ ਦੇ ਨਾਲ ਗੁਰਦੁਆਰੇ ਨਾ ਜਾਇਆ ਜਾਵੇ। ਮਹਾਰਾਜ ਕਹਿੰਦੇ ਨੇ ਵੀ ਗੰਦੇ ਕੱਪੜੇ ਹੋਣ ਤੇ ਨਮਾਜ਼ ਅਦਾ ਨਹੀਂ ਕੀਤੀ ਜਾਂਦੀ ਮੁਸਲਮਾਨ ਦੇ ਵੱਲੋਂ। ਜੇ ਰਤ ਲੱਗੇ ਕੱਪੜਾ ਜਾਮਾ ਹੋਏ ਪਲੀਤ। ਪਰ ਗੁਰੂ ਸਾਹਿਬ ਕਹਿੰਦੇ, ਜੋ ਰਤ ਪੀਵਹਿ ਮਾਨਸਾ ਤਿਨ ਕਿਉਂ ਨਿਰਮਲ ਚੀਤ। ਜਿਹੜੇ ਸਬੂਤੇ ਹੀ ਬੰਦੇ ਦਾ ਉਦਾਂ ਹੀ ਖੂਨ ਪੀ ਜਾਂਦੇ ਨੇ, ਤੇ ਜੇ ਮੈਲੇ ਕੱਪੜੇ ਨਾਲ ਨਮਾਜ਼ ਨਹੀਂ ਹੋ ਸਕਦੀ ਤੇ ਏਡੇ ਗੰਦੇ ਮਨ ਦੇ ਨਾਲ ਨਮਾਜ਼ ਕਿੱਦਾਂ ਕਰ ਲੈਂਦੇ ਨੇ? ਹੁਣ ਇਹਦਾ ਮਤਲਬ ਗੁਰੂ ਸਾਹਿਬ ਨੇ ਇਹ ਤਾਂ ਨਹੀਂ ਕਿਹਾ ਵੀ ਨਮਾਜ਼ ਨਾ ਕਰੋ। ਗੁਰੂ ਸਾਹਿਬ ਨੇ ਇਹ ਕਹਿ ਦਿੱਤਾ ਵੀ ਭਾਈ ਨਮਾਜ਼ ਤੇ ਕਰੋ ਹੀ ਕਰੋ, ਪਰ ਨਾਲ ਆਪਣੇ ਮਨ ਨੂੰ ਵੀ ਸਹੀ ਰੱਖਣ ਦੀ ਕੋਸ਼ਿਸ਼ ਕਰੋ। ਪਾਠ ਤੇ ਕਰੋ ਹੀ ਕਰੋ, ਪਰ ਅੰਦਰੋਂ ਆਪਣਾ ਸੁਭਾਅ ਬਦਲਣ ਦੀ ਵੀ ਤੇ ਕੋਸ਼ਿਸ਼ ਕਰੀਏ ਨਾ। ਹੁਣ ਗੁਰੂ ਸਾਹਿਬ ਕੀ ਕਹਿੰਦੇ ਨੇ ਵੀ ਇੱਕ ਹੈ ਰਸਮ। ਦੇਖੋ, ਮੈਂ ਆਪ ਜੀ ਦੇ ਅੱਗੇ ਅਸੀਂ ਕੱਲ ਵੀ ਇੱਕ ਗੱਲ ਨੂੰ ਬੋਲਿਆ ਹੈ, ਜਿਸ ਦਿਨ ਪਹਿਲੀ ਪੌੜੀ ਦੀ ਵਿਚਾਰ ਹੋਈ ਹੈ, ਇਹਦੇ ਤੋਂ ਪਿਛਲੀ ਦੀ, ਸਤਿਗੁਰੂ ਕਹਿੰਦੇ ਝੁਕ ਜਾਣਾ ਚਾਹੀਦਾ ਹੈ। ਭਾਉ ਭਗਤ ਕਰ ਨੀਚ ਸਦਾਏ, ਤਉ ਨਾਨਕ ਮੁਖ ਅੰਤਰ ਪਾਏ। ਨੀਵੇਂ ਹੋ ਜਾਣਾ ਚਾਹੀਦਾ ਹੈ। ਪਰ ਜੇ ਝੁਕਣ ਦੇ ਵਿੱਚ ਕਪਟ ਹੈ, ਧੋਖਾ ਹੈ, ਵੀ ਝੁਕ ਕੇ ਤੇ ਆਪਾਂ ਕਿਸੇ ਦਾ ਨੁਕਸਾਨ ਕਰਨਾ ਹੈ, ਤੇ ਗੁਰੂ ਸਾਹਿਬ ਕਹਿੰਦੇ ਫਿਰ ਇਹ ਝੁਕਣਾ ਵੀ ਕਿਸੇ ਕੰਮ ਦਾ ਨਹੀਂ ਹੈ। ਇਸ ਕਰਕੇ ਧਾਰਮਿਕ ਚਿੰਨ੍ਹ ਪਾ ਲੈਣੇ, ਪਰ ਪਾਉਣੇ ਸਿਰਫ ਇਸ ਕਰਕੇ ਨੇ ਤੇ ਲੋਕੀ ਇੰਪ੍ਰੈਸ ਹੁੰਦੇ ਨੇ, ਇਹਨਾਂ ਨੂੰ ਪਾ ਲਈਏ ਤੇ ਲੋਕੀ ਗੱਲ ਵਧੀਆ ਸੁਣ ਲੈਂਦੇ ਨੇ। ਗੁਰੂ ਸਾਹਿਬ ਕਹਿੰਦੇ ਇਹ ਸਿਰਫ ਪਖੰਡ ਹੈ, ਇਹਦੇ ਤੋਂ ਉੱਤੇ ਕੁਝ ਵੀ ਨਹੀਂ। ਤੇ ਕਿਹਨੂੰ ਧੋਖਾ ਦੇ ਰਹੇ ਹਾਂ? ਆਪਣੇ ਆਪ ਨੂੰ ਧੋਖਾ ਦੇ ਰਹੇ ਹਾਂ। ਸਤਿਗੁਰੂ ਜੀ ਦੀ ਬਾਣੀ ਦੇ ਨਾਲ ਅਸੀਂ ਜੁੜੀਏ। ਹਜ਼ੂਰ ਕਹਿੰਦੇ ਦਇਆ ਕਪਾਹ। ਪਹਿਲੀ ਗੱਲ ਤੇ ਉਹ ਜਿਹੜਾ ਧਾਗਾ ਹੁੰਦਾ ਹੈ ਜਨੇਊ ਦਾ, ਉਹ ਕਪਾਹ ਦਾ ਤਿਆਰ ਹੋਇਆ ਹੁੰਦਾ ਹੈ। ਉਹਨੂੰ ਵਟਿਆ ਜਾਂਦਾ ਹੈ, ਵੱਖਰੇ ਵੱਖਰੇ ਤਰੀਕੇ ਦੇ ਨਾਲ ਵਟਿਆ ਜਾਂਦਾ ਹੁੰਦਾ ਸੀ। ਫਿਰ ਉਹਨੂੰ ਤੇਰਾ ਕੀਤਾ ਜਾਂਦਾ ਹੈ, ਗੰਢਾਂ ਲਗਾਈਆਂ ਜਾਂਦੀਆਂ ਨੇ। ਇਹ ਉਹਨਾਂ ਦੀ ਰਸਮ ਹੈ। ਮਹਾਰਾਜ ਕੀ ਕਹਿੰਦੇ ਵੀ ਜੇਕਰ ਜਿਸ ਤਰ੍ਹਾਂ ਬੰਦਾ ਕਪਾਹ ਦਾ ਧਿਆਨ ਰੱਖਦਾ ਹੈ ਨਾ, ਵੀ ਧਾਗਾ ਜਿਹੜਾ ਹੈ ਉਹ ਕਪਾਹ ਦਾ ਲਿਆ ਜਾਣਾ ਚਾਹੀਦਾ ਹੈ। ਜੇਕਰ ਇਦਾਂ ਬੰਦਾ ਆਪਣੇ ਸੁਭਾਅ ਦੇ ਵਿੱਚ ਦਇਆ ਦਾ ਧਿਆਨ ਰੱਖੇ, ਹਾਂ ਵੀ ਮੈਂ ਆਪਣੀ ਜ਼ਿੰਦਗੀ 'ਚ ਦਇਆ ਲੈ ਕੇ ਆਉਣੀ ਹੈ, ਫਿਰ ਤੇ ਕਿੱਡੀ ਕਮਾਲ ਦੀ ਗੱਲ ਹੋ ਜਾਵੇ ਨਾ। ਤੁਸੀਂ ਦੇਖਦੇ ਜੇ ਬੰਦਿਆਂ ਦੇ ਅੰਦਰ ਬਹੁਤੀ ਵਾਰ, ਭਾਵੇਂ ਹੋਣ ਧਾਰਮਿਕ ਤੇ ਭਾਵੇਂ ਹੋਣ ਧਰਮ ਨੂੰ ਨਾ ਮੰਨਣ ਵਾਲੇ, ਦਇਆ ਬਹੁਤ ਘੱਟ ਲੋਕਾਂ ਦੇ ਵਿੱਚ ਹੈ। ਲੋਕਾਂ ਦੇ ਵਿੱਚੋਂ ਤਰਸ ਨਹੀਂ ਹੈ ਬਹੁਤਿਆਂ ਲੋਕਾਂ ਦੇ ਅੰਦਰ। ਔਰ ਖਾਸ ਕਰਕੇ ਜਿੰਨੇ ਜਿੰਨੇ ਬਹੁਤੀ ਵਾਰ ਲੋਕ ਧਾਰਮਿਕ ਹੋਈ ਜਾਂਦੇ ਨੇ, ਓਨੇ ਹੀ ਸਗੋਂ ਬੇਤਰਸ ਹੋਈ ਜਾਂਦੇ ਨੇ। ਕੋਈ ਤਰਸ ਹੀ ਨਹੀਂ ਆਉਂਦਾ ਲੋਕਾਂ ਨੂੰ। ਤੁਸੀਂ ਕਿਤੇ ਵੇਖ ਲੈਣਾ, ਮਹਾਰਾਜ ਦੀ ਬਖਸ਼ਿਸ਼ ਦੇ ਨਾਲ
ਕਈ ਬੰਦਿਆਂ ਦੇ ਦਿਲ ਬੜੇ ਕੋਮਲ ਜਿਹੇ ਹੁੰਦੇ ਨੇ, ਕੁਝ ਵੇਖਦੇ ਨੇ ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਪਾਣੀ ਆ ਜਾਂਦਾ। ਕੁਝ ਬੰਦੇ ਇਦਾਂ ਦੇ ਹੁੰਦੇ ਨੇ ਵੀ ਕਿਸੇ ਦਾ ਦੁੱਖ ਵੇਖ ਕੇ ਉਹਨਾਂ ਨੂੰ ਇੰਜ ਲੱਗਣ ਲੱਗ ਪੈਂਦਾ ਵੀ ਅਸੀਂ ਬੜੇ ਦੁਖੀ ਹੋ ਗਏ ਹਾਂ, ਵੀ ਬੜੀ ਬੁਰੀ ਹੋਈ ਹੈ। ਕਈ ਬੰਦੇ ਤੁਸੀਂ ਵੇਖੋਗੇ ਕੋਈ ਪਰਵਾਹ ਹੀ ਨਹੀਂ, ਕੋਈ ਫਰਕ ਹੀ ਨਹੀਂ। ਇਹ ਕੀ ਹੈ? ਮੈਂ ਧਾਰਮਿਕ ਜ਼ਿੰਦਗੀ ਦੇ ਵਿੱਚ ਤੇ ਧਾਰਮਿਕ ਜ਼ਿੰਦਗੀ ਤੋਂ ਬਾਹਰ ਜੀਣ ਵਾਲੇ ਇਦਾਂ ਦੇ ਲੋਕ ਕੋਈ ਮਤਲਬ ਹੀ ਨਹੀਂ ਕਿਸੇ ਦੀ ਜ਼ਿੰਦਗੀ ਦੇ ਨਾਲ, ਬਸ ਪੱਥਰ ਹੋਏ ਪਏ ਨੇ। ਹਜ਼ੂਰ ਕਹਿੰਦੇ ਨੇ ਇੰਨੀ ਬੇਤਰਸੀ ਜੇ ਜ਼ਿੰਦਗੀ ਦੇ ਵਿੱਚ ਆ ਗਈ ਹੈ ਤੇ ਇਹ ਧਾਰਮਿਕ ਜ਼ਿੰਦਗੀ ਕਿੱਦਾਂ ਦੀ ਹੋਵੇਗੀ ਵੀ ਜਿਹਨੂੰ ਕਿਸੇ ਵੱਲ ਵੇਖ ਕੇ ਤਰਸ ਹੀ ਨਹੀਂ ਆਉਂਦਾ। ਔਰ ਉੱਤੋਂ ਦੇ ਨਕਲੀ ਲੋਕ ਵੇਖੋ, ਕੋਈ ਜਾਨਵਰ ਮਰ ਜਾਵੇ ਤੇ ਉਹਨਾਂ ਨੂੰ ਉਦੋਂ ਬੜਾ ਤਰਸ ਆਉਂਦਾ ਹੈ, ਤੇ ਬੰਦਾ ਭਾਵੇਂ ਉੱਦਾਂ ਵੀ ਮਾਰ ਜਾਣ ਕੋਈ ਤਰਸ ਨਹੀਂ ਆਉਂਦਾ ਇਹਨਾਂ ਬੰਦਿਆਂ ਨੂੰ। ਮਾਰਨ ਦਾ ਮਤਲਬ ਸਿਰਫ ਇਹੋ ਥੋੜਾ ਵੀ ਕਿਸੇ ਦਾ ਖੂਨ ਹੀ ਕਰ ਦੇਣਾ। ਮਾਨਸਿਕ ਤੌਰ ਤੇ ਕਿਸੇ ਨੂੰ ਮਾਰ ਦੇਣਾ, ਜ਼ਿਹਨੀ ਤੌਰ ਤੇ ਕਿਸੇ ਨੂੰ ਇੰਨਾ ਨੀਵਾਂ ਕਰਕੇ ਰੱਖ ਦੇਣਾ ਵੀ ਉਹ ਅਗਲਾ ਮਰਿਆ ਹੀ ਰਵੇ, ਕਦੀ ਆਪਣੀ ਹੋਂਦ ਹੀ ਨਾ ਦੱਸ ਸਕੇ ਤੇ ਉਹ ਵੀ ਤੇ ਮਰਿਆ ਹੀ ਹੈ, ਭਾਵੇਂ ਜਿੱਥੇ ਮਰਜ਼ੀ ਰਹਿੰਦਾ ਹੋਵੇ। ਦਾਤਾਰ ਜੀ ਨੇ ਇਸ ਕਰਕੇ ਇਸ ਗੱਲ ਨੂੰ ਬੋਲਿਆ, ਭਾਈ ਧਾਰਮਿਕ ਤੇ ਹੋਵੋ ਤੁਸੀਂ, ਤੁਹਾਡੇ ਚਿੰਨ੍ਹ ਵੀ ਤੁਹਾਨੂੰ ਸ਼ੋਭਾ ਦੇਣ, ਤੁਹਾਡਾ ਪਹਿਰਾਵਾ ਵੀ ਤੁਹਾਨੂੰ ਸ਼ੋਭਾ ਦੇਵੇ, ਪਰ ਘੱਟੋ ਘੱਟ ਆਪਣੇ ਅੰਦਰ ਦਇਆ ਤੇ ਲੈ ਕੇ ਆਈਏ। ਜੇ ਤੇ ਦਇਆ ਹੈ। ਇੱਕ ਬਚਨ ਭਗਤ ਪਰਮਾਨੰਦ ਜੀ ਦਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਅੰਦਰ ਆਉਂਦਾ ਹੈ। ਉਹ ਸਵਾਲ ਕਰਦੇ ਨੇ, ਤੈਂ ਨਰ ਕਿਆ ਪੁਰਾਨ ਸੁਨ ਕੀਨਾ। ਕਹਿੰਦੇ ਆਪਣੇ ਧਿਆਨ ਦੇ ਨਾਲ ਸੋਚ ਕੇ ਵੇਖ ਵੀ ਤੂੰ ਕਿੰਨੇ ਪਾਠ ਧਾਰਮਿਕ ਗ੍ਰੰਥਾਂ ਦੇ ਸੁਣਦਾ ਹੈ। ਸੁਣਨ ਵਾਲਿਆਂ ਦਾ ਤੇ ਘਾਟਾ ਨਹੀਂ ਤੇ ਬੋਲਣ ਵਾਲਿਆਂ ਦਾ ਤੂੰ ਘਾਟਾ ਨਹੀਂ। ਤੈਂ ਨਰ ਕਿਆ ਪੁਰਾਨ ਸੁਨ ਕੀਨਾ, ਤੂੰ ਕੀ ਕੀਤਾ ਹੈ ਸੁਣ ਕੇ। ਜੇ ਮੈਨੂੰ ਕੋਈ ਸਵਾਲ ਪੁੱਛੇ ਵੀ ਤੂੰ ਇੰਨੀਆਂ ਗੱਲਾਂ ਬੋਲਦਾ ਹੈ ਤੇ ਇਸ ਬੋਲੇ ਦਾ ਤੈਨੂੰ ਕੀ ਅਸਰ ਹੋਇਆ ਹੈ, ਜਾਂ ਮਾਫ ਕਰਨਾ ਤੁਹਾਨੂੰ ਕੋਈ ਪੁੱਛ ਲਵੇ ਵੀ ਇੰਨੀਆਂ ਗੱਲਾਂ ਸੁਣਦੇ ਜੇ ਉਸ ਸੁਣੇ ਦਾ ਤੁਹਾਨੂੰ ਕੀ ਅਸਰ ਹੋਇਆ ਹੈ। ਹੋ ਸਕਦਾ ਕਿਸੇ ਨੂੰ ਪਹਿਲੇ ਦਿਨ ਹੀ ਇੰਨਾ ਅਸਰ ਹੋ ਜਾਵੇ, ਤੇ ਇਹ ਵੀ ਹੋ ਸਕਦਾ ਵੀ ਜ਼ਿੰਦਗੀ ਲੰਘ ਜਾਵੇ ਤੇ ਅਸਰ ਹੋਵੇ ਹੀ ਨਾ। ਜੈਸੇ ਪਾਹਨ ਜਲ ਮੈਂ ਰਾਖਿਓ ਭੇਦੈ ਨਾਹੀਂ ਤਿਹ ਪਾਣੀ। ਪੱਥਰ ਪਾਣੀ ਦੇ ਵਿੱਚ ਰੱਖ ਦੋ, ਕੋਈ ਫਰਕ ਨਹੀਂ ਪੈਂਦਾ, ਉਹ ਕਿਹੜਾ ਲੀਕ ਹੋਣ ਲੱਗ ਪੈਂਦਾ ਵੀ ਇਹਦੇ ਵਿੱਚ ਪਾਣੀ ਵੜ ਗਿਆ। ਇਦਾਂ ਦੇ ਵੀ ਹੈ ਨੇ, ਪਰ ਇਦਾਂ ਦੇ ਵੀ ਹੈ ਨੇ ਵੀ ਇੱਕੋ ਵਾਰ ਗੱਲ ਸੁਣੀ ਹੈ ਤੇ ਬਸ ਜ਼ਿੰਦਗੀ ਬਦਲ ਕੇ ਰੱਖ ਦਿੱਤੀ। ਤੈਂ ਨਰ ਕਿਆ ਪੁਰਾਨ ਸੁਨ ਕੀਨਾ, ਵੀ ਇਹ ਬੰਦੇ ਤੂੰ ਇਹ ਖੁਦ ਸੋਚ, ਕਿਸੇ ਦੂਸਰੇ ਦੇ ਬਾਰੇ ਵੇਖਣ ਦੀ ਤੇ ਲੋੜ ਹੀ ਨਹੀਂ। ਵੀ ਤੂੰ ਧਾਰਮਿਕ ਗ੍ਰੰਥਾਂ ਦੀ ਜੇਕਰ ਗੱਲ ਸੁਣਦਾ ਹੈ ਤੇ ਉਹਨੂੰ ਸੁਣ ਕੇ ਤੂੰ ਕੀਤਾ ਕੀ ਹੈ। ਕਹਿੰਦੇ ਵੇਖ, ਅੰਨ ਪਾਵਨੀ ਭਗਤ ਨਹੀਂ ਉਪਜੀ, ਭੂਖੇ ਦਾਨ ਨਾ ਦੀਨਾ। ਤੇਰੇ ਅੰਦਰ ਪਹਿਲੀ ਗੱਲ ਤੇ ਰੱਬ ਦੀ ਬੰਦਗੀ ਕਰਨ ਦਾ ਚਾਅ ਹੀ ਨਹੀਂ ਪੈਦਾ ਹੋਇਆ। ਇਹ ਨਹੀਂ ਵੀ ਸਾਰਿਆਂ ਦੇ ਅੰਦਰ ਨਹੀਂ ਹੁੰਦਾ, ਕਈਆਂ ਦੇ ਅੰਦਰ ਹੋ ਜਾਂਦਾ, ਪਰ ਕਈਆਂ ਦੇ ਨਾਲ ਤੇ ਆ ਵੀ ਕੁਝ ਵਾਪਰ ਜਾਂਦਾ। ਅੰਨ ਪਾਵਨੀ ਭਗਤ ਨਹੀਂ ਉਪਜੀ, ਤੇਰੇ ਅੰਦਰ ਰੱਬ ਦੀ ਭਗਤੀ ਦਾ ਖਿਆਲ ਵੀ ਨਹੀਂ ਪੈਦਾ ਹੋਇਆ। ਭਾਵੇਂ ਤੂੰ ਪਾਠ ਕਰੀ ਜਾ ਰਿਹਾ ਪਰ ਤੂੰ ਭਗਤੀ ਨਹੀਂ ਕਰਦਾ। ਮੈਨੂੰ ਮਾਫ ਕਰਨਾ, ਇਹ ਲਫ਼ਜ਼ ਇਦਾਂ ਦਾ ਲੱਗੇਗਾ ਵੀ ਪਾਠ ਕਰਨਾ ਭਗਤੀ ਹੈ। ਪਾਠ ਕਰਨਾ ਭਗਤੀ ਨਹੀਂ ਹੁੰਦਾ, ਸਾਡੀਆਂ ਖਾਹਿਸ਼ਾਂ ਦਾ ਹੀ ਪਾਠ ਹੋ ਰਿਹਾ ਹੈ ਬਹੁਤੀ ਵਾਰ। ਰੱਬ ਦੇ ਨਾਲ ਸਾਡਾ ਇੰਨਾ ਮਤਲਬ ਹੁੰਦਾ ਹੀ ਨਹੀਂ ਹੈ। ਅੰਨ ਪਾਵਨੀ ਭਗਤ ਨਹੀਂ ਉਪਜੀ, ਭੂਖੈ ਦਾਨ ਨਾ ਦੀਨਾ। ਕਿਸੇ ਤੇਰੇ ਮਨ ਦੇ ਅੰਦਰ ਕਦੀ ਇਹ ਖਿਆਲ ਵੀ ਨਹੀਂ ਪੈਦਾ ਹੁੰਦਾ ਵੀ ਭਾਈ ਤੇਰੇ ਲਾਗੇ ਕੋਈ ਭੁੱਖਾ ਬੰਦਾ ਬੈਠਾ ਹੋਇਆ, ਜਾਂ ਤੇਰੇ ਲਾਗੇ ਕੋਈ ਲੋੜਵੰਦ ਹੈ, ਤੇ ਜੇ ਉਹ ਲੋੜਵੰਦ ਹੈ ਤੇ ਮੈਂ ਉਹਦੀ ਲੋੜ ਕਿਵੇਂ ਪੂਰੀ ਕਰਾਂ। ਕਦੀ ਤੁਸੀਂ ਸੋਚ ਸਕਦੇ ਜੇ ਇਸ ਗੱਲ ਨੂੰ? ਸਾਡੀਆਂ ਘਰਾਂ ਦੇ ਵਿੱਚ ਮੈਂ ਅਕਸਰ ਕਹਿੰਦਾ ਹੁੰਦਾ ਨਾ ਵੀ ਮਾਤਾ ਦਾ ਇਹ ਸੁਭਾਅ ਹੁੰਦਾ ਵੀ ਘਰ ਦਾ ਬੱਚਾ ਬਾਹਰ ਕਿਤੇ ਗਿਆ ਹੋਵੇ ਤੇ ਮਾਤਾ ਰੋਟੀ ਨਹੀਂ ਖਾਂਦੀ ਉਹਨਾਂ ਚਿਰ, ਵੀ ਬੱਚਾ ਜੇ ਬਾਹਰ ਭੁੱਖਾ ਬੈਠਾ ਤੇ ਕੋਈ ਨਹੀਂ, ਆਵੇਗਾ ਤੇ ਫਿਰ ਰੋਟੀ ਖਾ ਲਾਂਗੇ। ਹੁਣ ਭੁੱਖੇ ਨੂੰ ਦਾਨ ਦੇਣ ਦਾ ਮਤਲਬ ਕੀ ਹੈ? ਰੋਟੀ ਦੇਣ ਦਾ। ਵੀ ਕੋਈ ਤੇਰੇ ਲਾਗੇ ਭੁੱਖਾ ਬੈਠਾ ਹੋਵੇ ਤੇ ਤੂੰ ਜਾਣ ਬੁੱਝ ਕੇ ਸਵਾਦਾਂ ਦੇ ਵਿੱਚ ਰੋਟੀ ਖਾ ਰਿਹਾ ਹੋਵੇ, ਤੇ ਜੇ ਅੰਦਰ ਹਿੰਮਤ ਇੰਨੀ ਕਿੱਦਾਂ ਪੈਦਾ ਹੁੰਦੀ ਹੈ ਵੀ ਤੇਰੇ ਲਾਗਲਾ ਭੁੱਖ ਦੇ ਨਾਲ ਵਿਲਕਦਾ ਪਿਆ ਹੋਵੇ ਤੇ ਤੂੰ ਰੱਜ ਰੱਜ ਕੇ ਸਵਾਦ ਮਾਰਦਾ ਪਿਆ ਹੋਵੇ। ਮਹਾਰਾਜ ਕਹਿੰਦੇ ਕੀ ਕਰਨਗੇ ਤੇਰੇ ਸੁਣੇ ਹੋਏ ਗ੍ਰੰਥ? ਜਿਹਨੇ ਸੁਣੇ ਨਹੀਂ ਉਹ ਤੇ ਚਲੋ ਮੰਨ ਲਿਆ ਵੀ ਉਹ ਤੇ ਹੈ ਹੀ ਪੱਥਰ, ਨਾਲ ਦਾ ਮਤਲਬ ਹੀ ਕੋਈ ਨਹੀਂ। ਜਿਹਨੇ ਸੁਣ ਕੇ ਇਦਾਂ ਦੀ ਗੱਲ ਕਰ ਲਈ, ਅੰਨ ਪਾਵਨੀ ਭਗਤ ਨਹੀਂ ਉਪਜੀ, ਭੂਖੇ ਦਾਨ ਨਾ ਦੀਨਾ। ਕੋਈ ਮਤਲਬ ਮਨ ਦੇ ਵਿੱਚ ਦੂਸਰੇ ਦੇ ਪ੍ਰਤੀ ਖਿਆਲ ਵੀ ਨਹੀਂ ਆਇਆ ਵੀ ਭਾਈ ਦੂਸਰਾ ਵੀ ਔਖਾ ਹੁੰਦਾ ਹੈ ਜੇ ਮੈਂ ਕੁਝ ਬੋਲਦਾ ਹਾਂ। ਕੋਈ ਦਇਆ ਵਾਲਾ ਪਾਸਾ ਹੀ ਨਹੀਂ। ਤੁਸੀਂ ਵੇਖ ਲਓ ਕਿੰਨੇ ਲੋਕ ਸਾਡੇ ਦੇਸ਼, ਦਿਆਲੂ ਹੋਣ ਦਾ ਮਤਲਬ ਸਿਰਫ ਇਹੋ ਹੀ ਨਹੀਂ ਹੁੰਦਾ ਵੀ ਮੈਂ ਘਰ ਦੇ ਵਿੱਚੋਂ ਚੀਜ਼ਾਂ ਕੱਢ ਕੇ ਵੰਡੀ ਜਾਂਦਾ ਹਾਂ। ਦਿਆਲੂ ਹੋਣ ਦਾ ਮਤਲਬ ਹੁੰਦਾ ਹੈ ਜਿਹੜੇ ਅਦਰ ਨੇ ਮੈਂ ਉਹਨਾਂ ਨੂੰ ਆਪਣੀ ਜ਼ਿੰਦਗੀ 'ਚ ਕਿੰਨੀ ਕੁ ਥਾਂ ਦਿੰਦਾ ਹਾਂ। ਸਾਲ ਬਾਅਦ ਕਿਤੇ ਜਾ ਕੇ ਚਾਦਰਾਂ ਵੰਡ ਦਿੱਤੀਆਂ ਤੇ ਸਾਰਾ ਸਾਲ ਕਿਸੇ ਦੀ ਪਰਵਾਹ ਹੀ ਨਹੀਂ ਕੀਤੀ, ਉਹਨੂੰ ਕੀ ਕਰਾਂਗੇ ਅਸੀਂ? ਇੱਕ ਹੋਰ ਇਸੇ ਸ਼ਬਦ ਦੇ ਵਿੱਚ ਗੱਲ ਆਉਂਦੀ ਹੈ। ਦਾਤਾਰ ਕਹਿੰਦੇ ਨੇ
ਹਿੰਸਾ ਤੋਂ ਮਨ ਤੇ ਨਹੀਂ ਛੂਟੀ। ਮਨ ਤੋਂ ਤੂੰ ਇੰਨਾ ਜ਼ਿਆਦਾ ਹਿੰਸਕ ਹੈ ਕਿ ਬਸ ਪਲ ਦੇ ਵਿੱਚ ਹੀ ਗੁੱਸਾ, ਪਲ ਦੇ ਵਿੱਚ ਹੀ ਪਾਰ ਹੋ ਗਿਆ। ਕਿੰਨਾ ਕੁ ਟਾਈਮ ਲੱਗਦਾ ਲੋਕਾਂ ਨੂੰ ਗੁੱਸੇ ਦੇ ਵਿੱਚ ਆਉਂਦੇ? ਤੁਹਾਡੇ ਸਾਹਮਣੇ ਹੀ ਹੈ, ਸਾਡੇ ਸਾਰਿਆਂ ਦੇ ਨਾਲ ਹੀ ਵਾਪਰਦਾ ਵੀ ਕਿਹੜਾ ਪਹਿਲਾਂ ਬੜਾ ਤਿਆਰੀ ਕਰਨੀ ਪੈਂਦੀ ਹੈ, ਕਿਸੇ ਨੇ ਮਾੜਾ ਜਿਹਾ ਬੋਲਿਆ ਨਹੀਂ ਉਸੇ ਵੇਲੇ ਹਾਈਪਰ ਹੋ ਗਏ, 2-2.5 ਸੈਕਿੰਡ ਦਾ ਟਾਈਮ ਲੱਗਦਾ ਸਾਨੂੰ। ਹਿੰਸਾ ਤੋਂ ਮਨ ਤੇ ਨਹੀਂ ਛੂਟੀ। ਬਾਹਰ ਜਦੋਂ ਮੈਂ ਕਿਸੇ ਦੇ ਲਾਗੇ ਬੈਠਦਾ ਹਾਂ ਨਾ, ਤਾਂ ਫਿਰ ਮੈਨੂੰ ਇੰਝ ਲੱਗਦਾ ਹੈ ਵੀ ਨਹੀਂ, ਉੱਚੀ ਨਹੀਂ ਬੋਲਣਾ, ਲੋਕੀ ਮੇਰੇ ਬੋਲਣ ਦਾ ਬੁਰਾ ਮਨਾਉਣਗੇ, ਲੋਕੀ ਕੀ ਕਹਿਣਗੇ ਵੀ ਇਹ ਐਡੀ ਉੱਚੀ ਬੋਲਦਾ। ਉਹ ਕੀ ਹੁੰਦਾ, ਮੈਂ ਜ਼ੁਬਾਨ ਤੋਂ ਤੇ ਕੰਟਰੋਲ ਕਰ ਲਿਆ ਵੀ ਉੱਚੀ ਨਹੀਂ ਬੋਲਣਾ, ਪਰ ਮੈਨੂੰ ਮੌਕਾ ਤੇ ਮਿਲੇ, ਮਨ ਨੇ ਥੋੜਾ ਛੱਡਿਆ ਇਸ ਗੱਲ ਨੂੰ। ਹਿੰਸਾ ਤੋਂ ਮਨ ਤੇ ਨਹੀਂ ਛੂਟੀ, ਜੀ ਦਇਆ ਨਹੀਂ ਪਾਲੀ। ਮਨ ਦੇ ਵਿੱਚ ਜੀਵਾਂ ਦੇ ਪ੍ਰਤੀ ਦਇਆ ਹੀ ਨਹੀਂ ਹੈ, ਮਤਲਬ ਕਿਸੇ ਦੂਸਰੇ ਦੇ ਪ੍ਰਤੀ ਕੋਈ ਤਰਸ ਹੀ ਨਹੀਂ ਪੈਦਾ ਹੋਇਆ। ਹਿੰਸਾ ਤੋਂ ਮਨ ਤੇ ਨਹੀਂ ਛੂਟੀ, ਜੀ ਦਇਆ ਨਹੀਂ ਪਾਲੀ। ਪਰਮਾਨੰਦ ਸਾਧ ਸੰਗਤ ਮਿਲ, ਕਥਾ ਪੁਨੀਤ ਨਾ ਚਾਲੀ। ਕਦੀ ਵੀ ਰੱਬ ਦੇ ਪਿਆਰਿਆਂ ਦੀ ਸੰਗਤ ਦੇ ਵਿੱਚ ਬੈਠ ਕੇ ਤੇ ਕਦੀ ਵੀ ਆਪਣੇ ਆਪ ਨੂੰ ਪਵਿੱਤਰ ਹੋਣ ਵਾਲੀ ਵਿਚਾਰ ਦੇ ਮੈਂ ਨੇੜੇ ਵੀ ਨਹੀਂ ਕਰਦਾ, ਔਰ ਮੈਨੂੰ ਲੱਗਦਾ ਮੈਂ ਧਾਰਮਿਕ ਹਾਂ। ਮਹਾਰਾਜ ਕਹਿੰਦੇ ਜੇ ਤੇ ਧਾਰਮਿਕ ਜ਼ਿੰਦਗੀ ਦੇ ਵਿੱਚ ਦਇਆ ਹੈ, ਜੇ ਤੇ ਸਾਡੇ ਮਨ ਦੇ ਅੰਦਰ ਥੋੜਾ ਬਹੁਤਾ ਤਰਸ ਹੈ ਕਿ ਹਾਂ ਜੋ ਮੈਨੂੰ ਚਾਹੀਦਾ ਹੈ ਉਹ ਕਿਸੇ ਦੂਸਰੇ ਦੇ ਅੰਦਰ ਵੀ ਇਦਾਂ ਦਾ ਹੋਣਾ ਚਾਹੀਦਾ ਹੈ, ਦੂਸਰੇ ਨੂੰ ਵੀ ਉਹਦੇ ਉੱਤੇ ਉਨਾ ਹੀ ਹੱਕ ਹੈ, ਤੇ ਫਿਰ ਤੇ ਸਮਝ ਲਓ ਵੀ ਧਾਰਮਿਕ ਹਾਂ। ਜੇ ਦਿਆਲੂ ਨਹੀਂ ਹਾਂ ਤੇ ਐਵੇਂ ਆਕੜੇ ਫਿਰਦੇ ਹਾਂ, ਸਤਿਗੁਰੂ ਕਹਿੰਦੇ ਇਹੋ ਜਿਹਾ ਧਾਰਮਿਕ ਹੋਣਾ ਵੀ ਕਿਸੇ ਕੰਮ ਦਾ ਨਹੀਂ ਹੈ, ਭਾਵੇਂ ਜਿੰਨੇ ਮਰਜ਼ੀ ਇਸ ਪਾਸੇ ਤੋਂ ਚਿੰਨ੍ਹ ਧਾਰਨ ਕਰ ਲਈਏ। ਹਜ਼ੂਰ ਕਹਿੰਦੇ ਨੇ ਦਇਆ ਕਪਾਹ। ਪਹਿਲੀ ਗੱਲ ਤੇ ਜਿਹੜਾ ਸਾਡੇ ਕੋਲ ਕਪਾਹ ਹੋਵੇ ਚਿੰਨ੍ਹ ਪਾਉਣ ਦੇ ਲਈ, ਉਹ ਦਇਆ ਹੋਵੇ। ਕਪਾਹ ਹੋਵੇ ਜਾਂ ਨਾ ਹੋਵੇ ਉਹ ਵੀ ਪਾਸੇ ਦੀ ਗੱਲ ਹੈ, ਪਰ ਸਾਡੇ ਕੋਲ ਇੱਕ ਚੀਜ਼ ਪਹਿਲੇ ਨੰਬਰ ਦੇ ਉੱਤੇ ਹੋਣੀ ਚਾਹੀਦੀ ਹੈ, ਉਹ ਹੋਣੀ ਚਾਹੀਦੀ ਹੈ ਦਇਆ। ਮੈਂ ਫਿਰ ਕਹਿ ਦੇਵਾਂ, ਸਾਡੇ ਲੋਕਾਂ ਨੇ ਨਾ ਬੜੀਆਂ ਸੰਸਥਾਵਾਂ ਚਲਾਈਆਂ ਨੇ ਜੀ ਉਹ ਪਸ਼ੂਆਂ ਤੇ ਬੜੀ ਦਇਆ ਕਰਦੇ ਨੇ, ਉਹ ਦੂਜਿਆਂ ਦੇ ਉੱਤੇ ਬੜੀ ਦਇਆ ਕਰਦੇ ਨੇ। ਇਹੋ ਜੀ ਦਇਆ ਜਿਹੜੀ ਨਾ ਬੜੀਆਂ ਪਿੱਛੇ ਦੀਆਂ ਗੱਲਾਂ ਰਹਿ ਜਾਂਦੀਆਂ ਨੇ। ਸਤਿਗੁਰੂ ਕਹਿੰਦੇ ਅਸਲ ਦੇ ਵਿੱਚ ਤੁਸੀਂ ਇਹ ਵੇਖੋ ਵੀ ਤੁਸੀਂ ਆਪਣੇ ਜਿਹੜੇ ਨਾਲ ਦੇ ਬੰਦੇ ਨੇ, ਮਨੁੱਖ ਨੇ, ਸੰਸਾਰ ਹੈ, ਉਹਦੇ ਵਿੱਚ ਤੁਹਾਡਾ ਸੁਭਾਅ ਕਿੱਦਾਂ ਦਾ ਹੈ। ਇੱਕ ਸ਼ਬਦ ਅਸੀਂ ਨਾ, ਇੱਕ ਉਦਾਹਰਣ ਸਾਡੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਜੀਵਨ ਦੇ ਵਿੱਚੋਂ ਆਉਂਦੀ ਹੈ। ਸਤਿਗੁਰੂ ਉਸ ਗੱਲ ਨੂੰ ਇਦਾਂ ਬੋਲਦੇ ਹੁੰਦੇ ਨੇ, ਕਹਿੰਦੇ ਵੇਖੋ ਵੀ ਕਿੱਡੇ ਕਮਾਲ ਦੀ ਗੱਲ ਹੈ। ਮਹਾਰਾਜ ਜੀ ਦੇ ਕੋਲ ਨਾ ਇੱਕ ਬੰਦਾ ਕਲੀਨ ਲੈ ਕੇ ਆਇਆ, ਅੱਜ ਦੀ ਬੋਲੀ ਦੇ ਵਿੱਚ ਇਹ ਕਹਿ ਲਈਏ ਕਲੀਨ ਲੈ ਕੇ ਆਇਆ। ਹੁਣ ਸਤਿਗੁਰੂ ਕਹਿੰਦੇ ਨੇ ਵੀ ਭਾਈ ਇਹ ਸਾਨੂੰ ਚਾਹੀਦਾ ਨਹੀਂ ਹੈ, ਤੇ ਮਹਾਰਾਜ ਜੀ ਨੂੰ ਕਹਿੰਦਾ ਵੀ ਨਹੀਂ ਮੈਂ ਬੜੇ ਪਿਆਰ ਦੇ ਨਾਲ ਲੈ ਕੇ ਆਇਆ। ਤਾਂ ਗੁਰੂ ਸਾਹਿਬ ਕਹਿੰਦੇ ਵੀ ਤੇਰੇ ਲਾਗੇ ਜਿਹੜੇ ਕੁਝ ਜਾਨਵਰ ਸੀ ਉਹ ਸਾਰੀ ਰਾਤ ਠੰਡ ਦੇ ਵਿੱਚ ਵਿਲਕਦੇ ਰਹੇ ਨੇ, ਤੂੰ ਉਹਨਾਂ ਦੇ ਵੱਲ ਧਿਆਨ ਨਹੀਂ ਦਿੰਦਾ ਤੇ ਸਾਡੇ ਲਈ ਤੂੰ ਜਿਹੜਾ ਹੈ ਇਹ ਚੀਜ਼ਾਂ ਲੈ ਕੇ ਆ ਗਿਆ ਹੈ। ਇਹਦਾ ਮਤਲਬ ਕੀ ਹੋਵੇਗਾ? ਫਿਰ ਜਿੱਥੇ ਲੋੜ ਹੈ ਉੱਥੇ ਤੁਸੀਂ ਚੀਜ਼ ਨੂੰ ਵਰਤਦੇ ਨਹੀਂ ਪਏ, ਪਰ ਦੂਸਰੇ ਪਾਸੇ ਤੁਸੀਂ ਧਾਰਮਿਕ ਹੋਣ ਦੇ ਚੱਕਰ ਦੇ ਵਿੱਚ ਇਹ ਸ਼ੋਅ ਕਰਦੇ ਪਏ ਜੇ ਵੀ ਭਾਈ ਅਸੀਂ ਜਿਹੜਾ ਹੈ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਸੇਵਾ ਕਰਦੇ ਹਾਂ, ਕਿਉਂਕਿ ਜਿੱਥੇ ਨਾ ਹੋਣਾ ਹੈ ਦੁਨੀਆ ਸੇਵਾ ਵੀ ਉੱਥੇ ਕਰਕੇ ਰਾਜੀ ਹੈ, ਜਿੱਥੇ ਨਾ ਹੀ ਨਹੀਂ ਹੋਣਾ ਉੱਥੇ ਸੇਵਾ ਵੀ ਕੌਣ ਕਰਨ ਨੂੰ ਤਿਆਰ ਹੋਇਆ। ਫਿਰ ਸਾਡੀ ਆਪਣੀ ਜ਼ਿੰਦਗੀ ਦੇ ਵਿੱਚ ਦਇਆ ਕਿੰਨੀ ਕੁ ਹੈ, ਤਰਸ ਕਿੰਨਾ ਕੁ ਹੈ ਸਾਡੀ ਜ਼ਿੰਦਗੀ ਦੇ ਵਿੱਚ ਕਿਸੇ ਦੂਸਰੇ ਨੂੰ ਵੇਖ ਕੇ। ਸਿੱਧੀ ਜੀ ਗੱਲ ਹੈ, ਮੈਂ ਤੇ ਕਹਿੰਦਾ ਹੁੰਦਾ ਵੀ ਬੱਚੇ ਕਿਤੇ ਕੰਮ ਕਰਦੇ ਹੋਣ ਨਾ ਤੇ ਮਾਂ ਨੂੰ ਉੱਦਾਂ ਹੀ ਨੀਂਦ ਨਹੀਂ ਆਉਂਦੀ, ਕਿਉਂਕਿ ਤੇ ਰੱਬ ਨੇ ਸੁਭਾਅ ਇੱਦਾਂ ਦਾ ਪਾਇਆ। ਤੇ ਉਹੀ ਕਿਤੇ ਵੇਖ ਲਓ, ਮਾਂ ਕਿਤੇ ਕੰਮ ਕਰਦੀ ਹੋਵੇ ਤੇ ਬੱਚਿਆਂ ਦੇ ਵਿੱਚ ਬਹੁਤੀ ਵਾਰ ਇੰਝ ਲੱਗਣ ਲੱਗ ਪੈਂਦਾ ਵੀ ਛੱਡ ਪਰਾਂ ਤੇ ਹੈ ਹੀ ਕੰਮ ਕਰ ਲੂੰਗਾ, ਹੋਰ ਕਿਹਨੇ ਕਰਨਾ। ਫਿਰ ਇਹ ਤੇ ਪਰਿਵਾਰ ਦੀ ਛੋਟੀ ਜੀ ਗੱਲ ਹੈ। ਬਾਹਰ ਦੇ ਲੋਕਾਂ ਦੀਆਂ ਗੱਲਾਂ ਵੀ ਸਾਰਾ ਦਿਨ ਕੋਈ ਤੁਸੀਂ ਵੇਖੋ 8-8 ਘੰਟੇ 10-10 ਘੰਟੇ ਕੋਈ ਕੰਮ ਕਰਕੇ ਆ ਰਿਹਾ ਹੈ, ਤੇ ਸਾਡਿਆਂ ਮਨਾਂ ਦੇ ਵਿੱਚ ਬਾਅਦ ਦੇ ਵਿੱਚ ਉਹਦੇ ਬਾਰੇ ਕੀ ਰਿਸਪੈਕਟ ਹੈ। ਸਾਨੂੰ ਇੰਝ ਲੱਗਦਾ ਵੀ ਛੱਡੋ ਪਰਾਂ, ਇਹਦਾ ਤਾਂ ਕੰਮ ਹੀ ਇਹ ਤੇ ਨੇ ਕਰਨਾ ਹੀ ਹੈ। ਅਸੀਂ ਬਹੁਤੀ ਦਇਆ ਵੱਲ ਧਿਆਨ ਨਹੀਂ ਦਿੰਦੇ। ਸਾਡੀ ਦਇਆ ਪਤਾ ਕਿਹੜੀ ਹੈ? ਉਹ ਸੜਕ ਦੇ ਉੱਤੇ ਕੁੱਤਾ ਤੁਰਿਆ ਜਾਂਦਾ ਸੀ ਤੇ ਬਿਸਕੁਟਾਂ ਦਾ ਪੈਕਟ ਪਾਤਾ, ਅਸੀਂ ਬੜੇ ਦਿਆਲੂ ਹੋ ਗਏ ਇਸ ਚੀਜ਼ ਦੇ ਵਿੱਚ। ਰਾਹ ਦੇ ਵਿੱਚ ਕੋਈ ਜਾਨਵਰ ਤੁਰਿਆ ਜਾਂਦਾ ਸੀ, ਅਸੀਂ 2 ਰੋਟੀਆਂ ਉਹਨੂੰ ਖਵਾਤੀਆਂ, ਬ੍ਰੈਡਾਂ ਦਾ ਪੈਕਟ ਦੇ ਦਿੱਤਾ ਤੇ ਅਸੀਂ ਦਿਆਲੂ ਹੋ ਗਏ। ਇਹ ਕਾਹਦੀ ਦਿਆਲਤਾ? ਇਹ ਦਇਆ ਨਹੀਂ ਹੈ, ਤਾਂ ਢੋਂਗ ਹੈ ਬਸ, ਇਹਦੇ ਤੋਂ ਵੱਧ ਕੁਝ ਵੀ ਨਹੀਂ ਹੈ। ਇਸ ਕਰਕੇ ਬੇਨਤੀ ਕਰਦੇ ਵਾਂ, ਜ਼ਰੂਰੀ ਹੈ ਆਪਣੇ ਸੁਭਾਅ ਦੇ ਵਿੱਚ ਦਇਆ ਲੈ ਕੇ ਆਉਣੀ। ਸੁਭਾਅ ਤੋਂ ਦਿਆਲੂ ਨਹੀਂ ਹੋਵਾਂਗੇ ਤੇ ਐਕਸ਼ਨਾਂ ਤੋਂ ਦਿਆਲੂ ਹੋਣ ਦਾ ਤੇ ਪਹਿਲੀ ਗੱਲ ਸਵਾਲ ਹੀ ਨਹੀਂ ਪੈਦਾ ਹੁੰਦਾ। ਜੇ ਹੋ ਵੀ ਜਾਵਾਂਗੇ ਤੇ 2-4 ਦਿਨ ਐਕਟਿੰਗ ਕਰ ਲਵਾਂਗੇ, ਬਾਅਦ ਚ ਅਸੀਂ ਫੇਰ ਉਹੀ ਹੋ ਜਾਵਾਂਗੇ ਜੋ ਅਸੀਂ ਹਾਂ। ਮਹਾਰਾਜ ਕਹਿੰਦੇ ਪਹਿਲਾ ਤੱਤ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ, ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਅੰਦਰ ਦਿਆਲੂ ਹੋਣਾ ਕਿੰਨਾ ਕੁ ਹੈ, ਅਸੀਂ ਕਿੰਨੇ ਕੁ ਦਿਆਲੂ ਹੋ ਸਕਦੇ ਹਾਂ।
ਸਿੱਧੀ ਜੀ ਗੱਲ ਹੈ, ਜੇ ਦਿਆਲੂ ਨਹੀਂ ਹੋਵਾਂਗੇ ਤਾਂ ਫਿਰ ਅਸੀਂ ਕੀ ਹੋਵਾਂਗੇ? ਨਿਰਦਈ ਹੋਵਾਂਗੇ। ਤੇ ਨਿਰਦਈ ਹੋਣ ਦਾ ਮਤਲਬ ਕੇਵਲ ਇਹ ਥੋੜਾ ਹੁੰਦਾ ਕਿ ਬਸ ਲੋਕਾਂ ਨੂੰ ਮਾਰੀ ਜਾਂਦਾ ਹੈ। ਨਿਰਦਈ ਹੋਣ ਦਾ ਮਤਲਬ ਹੈ ਦੂਜਿਆਂ ਦਾ ਖਿਆਲ ਵੀ ਨਹੀਂ ਕਦੀ ਇਹਦੀ ਜ਼ਿੰਦਗੀ ਦੇ ਵਿੱਚ ਆਉਂਦਾ ਵੀ ਦੂਜੇ ਵੀ ਇਸ ਦੁਨੀਆ ਤੇ ਜੀ ਰਹੇ ਨੇ, ਮੇਰੀ ਹੀ ਮਰਜ਼ੀ ਚੱਲੇ। ਕਿਉਂ ਚੱਲੇ? ਹਜ਼ੂਰ ਕਹਿੰਦੇ ਦਇਆ ਕਪਾ। ਫਿਰ ਦੂਸਰੀ ਗੱਲ, ਸੰਤੋਖ ਸੂਤ। ਸੰਤੋਖ ਦਾ ਸੂਤਰ ਹੋਵੇ, ਧਾਗਾ ਹੀ ਹੁੰਦਾ ਸੂਤਰ ਵੀ। ਸੰਤੋਖ ਹੋਵੇ ਜ਼ਿੰਦਗੀ ਦੇ ਵਿੱਚ, ਸਬਰ ਹੋਵੇ ਜ਼ਿੰਦਗੀ ਦੇ ਵਿੱਚ। ਇੱਕ ਸਬਰ ਹੁੰਦਾ ਹੈ ਸਾਡੇ ਪੇਟ ਦਾ, ਸਾਨੂੰ ਪਤਾ ਵੀ ਸਾਡੀ ਲਿਮਿਟ ਕਿੰਨੀ ਹੈ ਰੋਟੀ ਦੀ। ਇੱਕ ਸਬਰ ਹੁੰਦਾ ਹੈ ਸਾਡੀਆਂ ਅੱਖਾਂ ਦਾ, ਅਸੀਂ ਅੱਗੇ ਜਾ ਕੇ ਪੜਾਂਗੇ। ਪੇਟ ਨੇ ਇੱਥੇ ਜਾ ਕੇ ਜਵਾਬ ਦੇ ਦੇਣਾ ਵੀ ਭਾਈ ਆਪਾਂ 3 ਤੋਂ ਵੱਧ ਰੋਟੀ ਨਹੀਂ ਖਾ ਸਕਦੇ, 4 ਤੋਂ ਵੱਧ ਰੋਟੀ ਨਹੀਂ ਖਾ ਸਕਦੇ। ਅੱਖਾਂ ਕਦੀ ਨਹੀਂ ਕਹਿੰਦੀਆਂ ਵੇਖ ਕੇ ਵੀ ਬਸ ਮੈਂ 4 ਖਾਣੀਆਂ। ਅੱਖਾਂ ਸ਼ਾਇਦ ਵੇਖਦੀਆਂ ਕਹਿੰਦੇ ਨੇ ਵੀ 8-10 ਤੇ ਮੈਂ ਖਾ ਹੀ ਜਾਵਾਂਗਾ। ਅੱਖਾਂ ਦਾ ਸੁਭਾਅ ਆਪਣਾ ਹੈ। ਫਿਰ ਹਰ ਇੱਕ ਚੀਜ਼ ਦੇ ਉੱਤੇ ਜਦੋਂ ਮੈਨੂੰ ਇੰਝ ਲੱਗਦਾ ਵੀ ਆਹ ਚੀਜ਼ ਮੈਨੂੰ ਮਿਲ ਜਾਵੇਗੀ ਫਿਰ ਮੈਨੂੰ ਸਿਦਕ ਆ ਜਾਣਾ। ਇਹੋ ਹੀ ਗੱਲ ਹੁੰਦੀ ਹੈ, ਸਾਨੂੰ ਪਿਆਸ ਲੱਗੀ ਸੀ, ਸੋਚਿਆ ਪਾਣੀ ਪੀ ਲਿਆ ਤੇ ਸਾਡੀ ਪਿਆਸ ਬੁੱਝ ਜਾਵੇਗੀ। ਇਹੋ ਹੀ ਆਹ ਜਿਹੜੀ ਗੱਲ ਹੈ ਇਹ ਸਾਡੀ ਹਰ ਇੱਕ ਚੀਜ਼ ਦੇ ਉੱਤੇ ਲਾਗੂ ਹੁੰਦੀ ਹੈ। ਜੋ ਅੱਜ ਮੇਰੇ ਕੋਲ ਨਹੀਂ ਹੈ, ਮੈਨੂੰ ਇੰਝ ਲੱਗਦਾ ਵੀ ਕੱਲ ਮੇਰੇ ਕੋਲ ਹੋਵੇਗਾ ਨਾ, ਫਿਰ ਮੈਨੂੰ ਸਿਦਕ ਆ ਜਾਣਾ। ਤੇ ਮੈਂ ਵਾਰ-ਵਾਰ ਇਸ ਗੱਲ ਦੀ ਬੇਨਤੀ ਕਰਦਾ ਹੁੰਦਾ, 5 ਸਾਲ ਆਪਣੀ ਪਿੱਛੇ ਦੀ ਜ਼ਿੰਦਗੀ ਨੂੰ ਸੋਚ ਕੇ ਵੇਖ ਲਓ। ਉਦੋਂ ਆਹ ਕੁਝ ਨਹੀਂ ਸੀ ਸਾਡੇ ਕੋਲ ਜੋ ਅੱਜ ਸਾਡੇ ਕੋਲ ਹੈ। ਤੇ ਉਦੋਂ ਸਾਨੂੰ ਪਤਾ ਕੀ ਲੱਗਦਾ ਸੀ, ਜੇ ਆਹ ਕੁਝ ਮੇਰੇ ਕੋਲ ਹੋ ਜਾਵੇ ਤੇ ਫਿਰ ਮੈਂ ਬੜੇ ਸੰਤੋਖ ਦੇ ਵਿੱਚ ਹੋ ਜਾਣਾ। ਅਸੀਂ ਫਿਰ ਉੱਥੇ ਦੇ ਉੱਥੇ ਖਲੋਤੇ ਹੋਏ। ਜਦੋਂ ਕੁਝ ਨਹੀਂ ਸੀ ਉਦੋਂ ਵੀ ਅਸੀਂ ਨਹੀਂ ਸੀ ਸੰਤੋਖੀ, ਜੇ ਹੁਣ ਵੀ ਆ ਗਏ ਹਾਂ ਤੇ ਹੁਣ ਵੀ ਅਸੀਂ ਨਹੀਂ ਹਾਂ ਸੰਤੋਖੀ। ਸੰਤੋਖੀ ਹੋਣ ਦਾ ਮਤਲਬ ਸਿਰਫ ਇੰਨਾ ਕੀ ਨਹੀਂ ਹੁੰਦਾ ਵੀ ਮੈਂ ਰੋਟੀ ਖਾ ਲਈ ਹੈ ਤੇ ਇੱਕ ਅੱਧਾ ਟਾਈਮ ਜਿਹੜਾ ਹੈ ਮੈਂ ਉਹਨੂੰ ਛੱਡ ਦਿੱਤਾ ਤੇ ਮੈਂ ਸੰਤੋਖੀ ਹੋ ਗਿਆ। ਸੰਤੋਖੀ ਹੋਣ ਦਾ ਮਤਲਬ ਹੈ ਮੇਰੇ ਸਾਹਮਣੇ ਕੋਈ ਮੈਨੂੰ ਲਾਲਚ ਦੇਣ ਦੀ ਕੋਸ਼ਿਸ਼ ਕਰੇ ਤੇ ਮੈਂ ਉਸ ਲਾਲਚ ਤੋਂ ਕਦੀ ਵੀ ਨਹੀਂ ਫਸਦਾ। ਕਿਉਂਕਿ ਜਿਹੜਾ ਸੰਤੋਖੀ ਨਹੀਂ ਉਹਨੂੰ ਤੁਸੀਂ ਮਾੜਾ ਜਿਹਾ ਲਾਲਚ ਦਿਓ ਡਿੱਗ ਪਵੇਗਾ, ਉਹਦੀ ਕਿਹੜੀ ਗੱਲ ਹੈ। ਸੰਤੋਖ ਦਾ ਤੇ ਲਾਲਚ ਦਾ ਇਸੇ ਕਰਕੇ ਤੇ ਆਪਸ ਦੇ ਵਿੱਚ ਸੰਬੰਧ ਹੈ। ਜਿਹੜਾ ਬੰਦਾ ਸੰਤੋਖੀ ਨਹੀਂ ਉਹਨੂੰ ਜੋ ਮਰਜ਼ੀ ਕੰਮ ਕਰਾ ਲਓ। ਮੇਨ ਗੱਲ ਸਿਰਫ ਇੰਨੀ ਕੁ ਹੈ, ਜਦੋਂ ਤੱਕ ਸੁਭਾਅ ਸੰਤੋਖੀ ਨਹੀਂ ਹੁੰਦਾ ਵੀ ਮੈਂ ਰੱਜਾ ਬੈਠਾ ਹਾਂ, ਮੈਨੂੰ ਕੋਈ ਲੋੜ ਨਹੀਂ। ਜਿਹਨੂੰ ਲੱਗਦਾ ਵੀ ਮੈਂ ਭੁੱਖਾ ਬੈਠਾ ਹਾਂ, ਉਹਦੇ ਕੋਲੋਂ ਫਿਰ ਤੁਸੀਂ ਵੇਖ ਲਓ ਸਮਾਜ ਦੇ ਵਿੱਚ ਕਿਹੜੇ ਕਿਹੜੇ ਕੰਮ ਕਰਵਾ ਲਏ ਜਾਂਦੇ ਨੇ। ਮਹਾਰਾਜ ਕਹਿੰਦੇ ਭਾਈ ਪਹਿਲੀ ਗੱਲ ਸੰਤੋਖੀ ਹੋਵੋ, ਦਇਆਲੂ ਹੋਵੋ ਤੇ ਸੰਤੋਖੀ ਹੋਵੋ। ਇਹ ਤੇ ਫਿਰ ਮੈਂ ਕਹਿ ਦੇਵਾਂ ਭਾਵੇਂ ਸਾਡੇ ਕੋਲ ਜਨੇਊ ਹੈ ਤੇ ਭਾਵੇਂ ਨਹੀਂ ਹੈ, ਭਾਵੇਂ ਅਸੀਂ ਧਾਰਮਿਕ ਜ਼ਿੰਦਗੀ ਜੀਂਦੇ ਹਾਂ ਤੇ ਭਾਵੇਂ ਨਹੀਂ ਜੀਂਦੇ, ਕਿ ਸਾਡੀ ਜ਼ਿੰਦਗੀ ਦੇ ਵਿੱਚ ਦਇਆ ਨਹੀਂ ਹੋਣੀ ਚਾਹੀਦੀ? ਸਾਨੂੰ ਤਰਸ ਨਹੀਂ ਆਉਣਾ ਚਾਹੀਦਾ ਕਿਸੇ ਦੇ ਉੱਤੇ? ਅਸੀਂ ਕਾਹਦੇ ਫਿਰ ਉਹ ਕਹਿ ਦਿੰਦੇ ਵੀ ਹਿਊਮਨ ਅਸੀਂ ਕਾਹਦੇ ਹਾਂ? ਮੈਂ ਆਪ ਜੀ ਦੇ ਅੱਗੇ ਹੋਰ ਗੱਲ ਰੱਖ ਦੇਵਾਂ, ਸ਼ਾਇਦ ਆਪ ਜੀ ਨੇ ਕਿਤੇ ਗੱਲ ਪੜ੍ਹੀ ਹੋਵੇਗੀ। ਕਿਉਂਕਿ ਜਿਹੜਾ ਡਾਰਵਿਨ ਹੈ ਉਹ ਤੇ ਇਸ ਗੱਲ ਨੂੰ ਕਹਿੰਦਾ ਹੈ ਵੀ ਜਿਹੜੀ ਉਤਪੱਤੀ ਹੈ ਉਹ ਬੰਦੇ ਦੀ ਉਤਪੱਤੀ ਜਾਨਵਰਾਂ ਤੋਂ ਹੋਈ ਹੈ, ਬਾਂਦਰ ਤੋਂ ਹੋਈ ਹੈ, ਖਾਸ ਕਰਕੇ ਜਿਹੜੀ ਆਪਾਂ ਪੜ੍ਹਦੇ ਹਾਂ। ਹੁਣ ਉਹਦੇ ਵਿੱਚ ਇੱਕ ਗੱਲ ਕਹਿੰਦੇ ਨੇ ਵੀ ਇੱਕ ਟੀਚਰ ਨੂੰ ਸਵਾਲ ਕੀਤਾ ਗਿਆ ਸੀ ਕਿ ਬੰਦੇ ਦੇ ਵਿੱਚ ਤੇ ਜਾਨਵਰਾਂ ਦੇ ਵਿੱਚ ਖਾਸ ਗੁਣ ਕਿਹੜਾ ਸੀ ਜਿਹਦੇ ਕਰਕੇ ਬੰਦਾ ਇੰਨੀ ਤਰੱਕੀ ਕਰ ਗਿਆ ਹੈ। ਤੁਸੀਂ ਦੇਖਦੇ ਜੇ ਅਸੀਂ ਇੱਕ ਟਾਈਮ ਦੇ ਉੱਤੇ ਜੇ ਉਹਨਾਂ ਦੀ ਗੱਲ ਨੂੰ ਮੰਨ ਕੇ ਚੱਲੀਏ ਤੇ ਕਿ ਇੱਕ ਟਾਈਮ ਦੇ ਉੱਤੇ ਸਾਰਾ ਕੁਝ ਇਕੁਅਲ ਹੈ, ਕੁਝ ਅੱਗੇ ਨਹੀਂ ਕੁਝ ਪਿੱਛੇ ਨਹੀਂ ਹੈ, ਫਿਰ ਕਿਹੜੀ ਚੀਜ਼ ਹੈ ਜਿਹਦੇ ਕਰਕੇ ਬੰਦਾ ਇੰਨੀ ਤਰੱਕੀ ਕਰ ਗਿਆ ਤੇ ਜਿਹੜੇ ਪਸ਼ੂ ਨੇ ਉਹ ਸਾਡੇ ਤੋਂ ਪਿੱਛੇ ਰਹਿ ਗਏ ਨੇ? ਇੱਕ ਟਾਈਮ ਤੇ ਅਸੀਂ ਸਾਰੇ ਬਰਾਬਰ ਹਾਂ। ਉਹ ਜਿਹੜੀ ਟੀਚਰ ਸੀ ਉਹਨੇ ਜਵਾਬ ਦਿੱਤਾ ਸੀ, ਕਹਿੰਦੇ ਸਾਨੂੰ ਨਾ ਇੱਕ ਬੜੀ ਪੁਰਾਣੀ ਹੱਡੀ ਲੱਭੀ ਸੀ ਤੇ ਉਹਦੇ ਵਿੱਚ ਨਾ ਇੱਕ ਗੱਲ ਸੀ ਵੀ ਉਹ ਹੱਡੀ ਟੁੱਟੀ ਹੋਈ ਸੀ ਤੇ ਉਸ ਟੁੱਟੀ ਹੋਈ ਹੱਡੀ ਦੇ ਨਾਲ ਇੱਕ ਨਵੀਂ ਹੱਡੀ ਜੁੜੀ ਹੋਈ ਸੀ। ਸਭ ਤੋਂ ਪੁਰਾਣੀ ਹੱਡੀ ਉਹ ਲੱਭੀ ਅਜੇ ਤੱਕ। ਉਹ ਕਹਿੰਦੇ ਇਹਦਾ ਮਤਲਬ ਕੀ ਕੱਢਿਆ ਜਾਵੇ? ਕਹਿੰਦੇ ਇਹਦਾ ਮਤਲਬ ਸਿਰਫ ਇਹ ਕੱਢਿਆ ਜਾ ਸਕਦਾ ਹੈ ਵੀ ਜਾਨਵਰਾਂ ਦੇ ਵਿੱਚ ਸੱਟ ਲੱਗਦੀ ਸੀ ਨਾ ਕਿਸੇ ਨੂੰ ਤੇ ਉਹ ਬਹੁਤੀ ਵਾਰ ਉਹਨੂੰ ਉੱਥੇ ਹੀ ਛੱਡ ਦਿੱਤਾ ਜਾਂਦਾ ਸੀ। ਤੁਸੀਂ ਵੇਖੋ ਇੱਕ ਵਾਰ ਜਾਨਵਰ ਕਿਤੇ ਵਿਲਕਦਾ ਹੋਵੇ, ਦੂਜਾ ਅਟੈਕ ਕਰਦਾ ਹੋਵੇ, ਬਹੁਤ ਘੱਟ ਚਾਂਸ ਹੁੰਦੇ ਨੇ ਵੀ ਦੂਸਰੇ ਜਾਨਵਰ ਉਹਨੂੰ ਬਚਾਉਣ ਆਉਂਦੇ ਨੇ ਤੇ ਉੱਥੇ ਵੇਖਦੇ ਰਹਿੰਦੇ ਨੇ, ਉਹਨੂੰ ਖਲੋਤੇ ਜਾਂ ਪਰੇ ਚੱਲ ਜਾਂਦੇ ਨੇ ਵੀ ਸਾਡੇ ਵੱਸ ਦੀ ਗੱਲ ਨਹੀਂ। ਤੁਸੀਂ ਵੇਖਦੇ ਜੇ ਸਾਰਾ ਕੁਝ ਹੁਣ ਤੇ ਬੜਾ ਕੁਝ ਓਪਨ ਹੋ ਗਿਆ ਸਾਡੇ ਲਈ, ਟੀਵੀ ਦੇ ਉੱਤੇ ਕਿੰਨਾ ਕੁਝ ਆਈ ਜਾਂਦਾ। ਇੱਕ ਜਾਨਵਰ ਸਾਹਮਣੇ ਮਾਰਿਆ ਜਾ ਰਿਹਾ ਹੈ, ਦੂਸਰਾ ਸਿਰਫ ਵੇਖਦਾ ਹੀ ਪਿਆ ਉਹਨੂੰ ਵੀ ਕੀ ਬਣ ਗਿਆ ਸਾਡੇ ਨਾਲ, ਕਦੀ ਬਚਾ ਲਿਆ ਕਦੀ ਨਹੀਂ ਬਚਾ ਲਿਆ। ਉਹ ਸਾਰਾ ਕੁਝ 100% ਕੁਝ ਵੀ ਨਹੀਂ ਹੁੰਦਾ। ਪਰ ਉਹ ਕਹਿੰਦੇ ਵੀ ਵੇਖਿਆ ਵੀ ਉਹ ਜਿਹੜੀ ਹੱਡੀ ਹੈ ਉਸ ਹੱਡੀ ਦੇ ਨਾਲ ਜੁੜੀ ਹੋਈ। ਕਹਿੰਦੇ ਇਹਦਾ ਕੀ ਮਤਲਬ ਕੱਢਿਆ ਜਾਵੇ? ਕਹਿੰਦਾ ਇਹਦਾ ਮਤਲਬ ਸਿਰਫ ਇੰਨਾ ਕੀ ਕੱਢਿਆ ਜਾਣਾ ਚਾਹੀਦਾ ਹੈ ਕਿ ਬੰਦਾ ਇਸ ਕਰਕੇ ਬਾਕੀ ਜੂਨਾਂ ਦੇ ਨਾਲੋਂ ਵੱਖਰਾ ਹੋ ਗਿਆ, ਉਹਨੇ ਆਪਣੇ ਅੰਦਰ ਇੱਕ ਸੇਵਾ ਦਾ ਸੰਕਲਪ ਲੈ ਲਿਆ ਵੀ ਮੈਂ ਦੂਸਰੇ ਦੀ ਮਦਦ ਕਰਨੀ ਹੈ।
ਮੈਂ ਦੂਸਰੇ ਦੀ ਹੈਲਪ ਕਰਨੀ ਹੈ। ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਸ਼ਾਇਦ ਇਦਾਂ ਕਰਕੇ ਵੇਖ ਲਈਏ ਤੇ ਉਹ ਅਸੀਂ ਸ਼ਾਇਦ ਕਿਤੇ ਇਹਨੂੰ ਠੀਕ ਕਰ ਲਈਏ। ਠੀਕ ਹੋਇਆ ਜਾਂ ਨਹੀਂ ਠੀਕ ਹੋਇਆ ਉਹ ਤੇ ਬਾਅਦ ਦੀਆਂ ਗੱਲਾਂ ਨੇ। ਉੱਥੋਂ ਇੱਕ ਚੀਜ਼ ਨੇ ਜਨਮ ਲੈ ਲਿਆ, ਸੇਵਾ ਨੇ। ਤੇ ਜੇਕਰ ਸਾਡੇ ਵਿੱਚ ਉਹ ਚੀਜ਼ ਜਨਮ ਹੀ ਨਹੀਂ ਲੈਂਦੀ, ਹੁਣ ਵੀ ਸਾਡੇ ਅੰਦਰ ਪ੍ਰਫੁੱਲਤ ਨਹੀਂ ਹੁੰਦੀ, ਤੇ ਤੁਸੀਂ ਸੋਚ ਕੇ ਵੇਖੋ, ਭਾਵੇਂ ਅਸੀਂ ਸਿਰ ਦੇ ਉੱਤੇ ਡਿਗਰੀਆਂ ਦੀਆਂ ਪੰਡਾਂ ਲੱਦੀਆਂ ਹੋਈਆਂ ਨੇ, ਤੇ ਭਾਵੇਂ ਅਸੀਂ ਨੌਕਰੀ ਦੀਆਂ ਤਨਖਾਹਾਂ ਦੀਆਂ ਪੰਡਾਂ ਸਿਰ ਦੇ ਉੱਤੇ ਚੁੱਕੀਆਂ ਹੋਈਆਂ ਨੇ, ਤੇ ਭਾਵੇਂ ਅਸੀਂ ਧਾਰਮਿਕ ਗ੍ਰੰਥਾਂ ਨੂੰ ਯਾਦ ਕਰ ਕਰਕੇ ਤੇ ਪਤਾ ਨਹੀਂ ਕਿੰਨਾ ਕੁਝ ਯਾਦ ਕਰ ਲਿਆ ਹੋਵੇਗਾ, ਜੇ ਸਾਡੇ ਅੰਦਰ ਉਹ ਸੰਤੋਖ ਤੇ ਦਇਆ ਹੀ ਨਹੀਂ ਪੈਦਾ ਹੁੰਦੀ, ਤੇ ਅਸੀਂ ਉਸ ਬਾਕੀ ਜੂਨਾਂ ਦੇ ਨਾਲੋਂ ਕੀ ਵੱਖ ਹਾਂ? ਕੋਈ ਵੀ ਵੱਖਰੇਵਾ ਨਹੀਂ ਹੈ। ਕਿਉਂਕਿ ਪੜ੍ਹਨਾ ਸਾਡੀ ਮਜਬੂਰੀ ਹੈ, ਜਾਨਵਰਾਂ ਦੀ ਪੜ੍ਹਨਾ ਮਜਬੂਰੀ ਨਹੀਂ ਹੈ। ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜ਼ੋਰ ਚੱਲਦਾ, ਸਾਡੀ ਜ਼ਿੰਦਗੀ 'ਚ ਜ਼ੋਰ ਨਹੀਂ ਚੱਲਦਾ, ਦਿਮਾਗ ਚੱਲਦਾ ਹੈ, ਬਸ ਇੰਨੀ ਕੁ ਤੇ ਫਰਕ ਹੈ। ਅਸੀਂ ਦਿਮਾਗ ਵਧਾਉਣਾ ਇਸ ਕਰਕੇ ਪੜ੍ਹਦੇ ਹਾਂ। ਜੇ ਆਹ ਚੀਜ਼ਾਂ ਦੋ ਬੇਸਿਕ ਨੇ ਸਾਡੀ ਜ਼ਿੰਦਗੀ ਦੇ, ਭਾਵੇਂ ਕੋਈ ਕੁਝ ਵੀ ਹੈ, ਜਿਹੜਾ ਬੰਦਾ ਦਿਆਲੂ ਨਹੀਂ ਹੈ ਆਪਣੀ ਜ਼ਿੰਦਗੀ ਦੇ ਵਿੱਚ, ਦਿਆਲੂ ਹੋਣ ਦਾ ਮਤਲਬ ਮੈਂ ਫੇਰ ਦੁਹਰਾ ਦੇਵਾਂ, ਸਾਨੂੰ ਦੂਸਰੇ ਦੇ ਪ੍ਰਤੀ ਕਿੰਨੀ ਕੁ ਦਇਆ ਆਉਂਦੀ ਹੈ। ਅਸੀਂ ਅਦਰ ਦੇ ਬਾਰੇ ਕਿੰਨਾ ਕੁ ਸੋਚਦੇ ਹਾਂ ਕਿ ਬਸ ਮੈਂ ਦੇ ਬਾਰੇ ਸੋਚੀ ਜਾਂਦੇ ਹਾਂ। ਦੂਸਰਾ, ਸੰਤੋਖ ਮੈਨੂੰ ਕਿੰਨਾ ਕੁ ਹੈ ਵੀ ਜੇਕਰ ਮੈਂ ਆਪਣੇ ਆਪ ਦੇ ਵਿੱਚ ਰੁਕਿਆ ਹੋਇਆ ਹਾਂ ਤੇ ਕਿਸੇ ਦੀ ਕਿੰਨੀ ਕੁ ਹਿੰਮਤ ਹੈ ਵੀ ਮੈਨੂੰ ਆਪਣੀ ਥਾਂ ਤੋਂ ਹਿਲਾ ਸਕਦਾ ਹੋਵੇ। ਮੇਰੇ ਸੰਤੋਖ ਨੂੰ ਕੌਣ ਜਿੱਤ ਸਕਦਾ ਹੈ? ਮਹਾਰਾਜ ਕਹਿੰਦੇ, ਭਾਈ ਦਇਆ ਦੀ ਕਪਾਹ ਹੋਵੇ, ਸੰਤੋਖ ਦਾ ਸੂਤਰ ਹੋਵੇ, ਜਤ ਗੰਢੀ ਸਤ ਵਟ। ਤੇ ਫਿਰ ਜਿੱਦਾਂ ਉਸ ਕਪਾਹ ਦੇ ਸੂਤਰ ਨੂੰ ਗੰਢਾਂ ਲਗਾਈਆਂ ਜਾਂਦੀਆਂ ਨੇ ਜਨੇਊ ਪਹਿਨਣ ਤੋਂ ਪਹਿਲਾਂ, ਮਹਾਰਾਜ ਕਹਿੰਦੇ ਜੇਕਰ ਉੱਚੇ ਕਰੈਕਟਰ ਦਾ ਜਤ ਹੋਵੇ ਇਹਦੇ ਉੱਤੇ, ਉਹ ਕਰੈਕਟਰ ਦੇ ਵਿੱਚ ਕਿੰਨੀਆਂ ਗੱਲਾਂ ਕਾਊਂਟ ਕਰਦੀਆਂ ਨੇ। ਅਸੀਂ ਕਰੈਕਟਰ ਦੇ ਵਿੱਚ ਲੈ ਆਏ ਹਾਂ ਸਿਰਫ ਪਰਸਨੈਲਿਟੀ, ਵੀ ਦਿਸਣਾ ਸੋਹਣਾ ਚਾਹੀਦਾ ਹੈ, ਬਸ ਫਿਰ ਜਦੋਂ ਬੋਲੇ ਉਦੋਂ ਪਤਾ ਲੱਗ ਜਾਵੇ ਵੀ ਇਹ ਬਸ ਦਿਸਣ ਵਾਲਾ ਹੀ ਹੈ, ਅੰਦਰੋਂ ਤੇ ਕੁਝ ਵੀ ਹੈ ਨਹੀਂ ਇਹਦੇ, ਤੇ ਬੋਲਦਾ ਇਸ ਤਰੀਕੇ ਦੇ ਨਾਲ। ਤੁਸੀਂ ਕਿੰਨਾ ਇਸ ਪਾਸੇ ਦੇ ਉੱਤੇ ਧਿਆਨ ਦਿਵਾਓਗੇ ਬੰਦਿਆਂ ਦਾ? ਜਦੋਂ ਕਿਸੇ ਨੇ ਸਪੀਚ ਕਰਨੀ ਆ, ਉਹਨੂੰ ਸਿਖਾਇਆ ਜਾ ਰਿਹਾ ਵੀ ਤੁਸੀਂ ਬੋਲਣਾ ਇਸ ਤਰੀਕੇ ਦੇ ਨਾਲ ਹੈ, ਕਿਉਂਕਿ ਉਹਨਾਂ ਨੂੰ ਪਤਾ ਵੀ ਇਹ ਬੋਲੇਗਾ ਤੇ ਕਿਸੇ ਹੋਰ ਕੋਈ ਗੱਲਾਂ ਹੀ ਨਾ ਕਰ ਦੇਵੇ। ਪਰ ਜੇ ਸੁਭਾਅ ਦੇ ਵਿੱਚ ਹੀ ਚੰਗਿਆਈ ਹੋਵੇਗੀ ਤੇ ਕਦੀ ਵੀ ਗਲਤ ਨਹੀਂ ਬੋਲੇਗਾ। ਮਹਾਰਾਜ ਕਹਿੰਦੇ, ਭਾਈ ਆਪਣੇ ਕਰੈਕਟਰ ਨੂੰ ਉੱਚਾ ਰੱਖਣਾ ਕਿਸ ਤਰੀਕੇ ਦੇ ਨਾਲ ਰੱਖਦੇ ਜੇ? ਦੁਨੀਆ ਊਜ ਵੀ ਲਾਉਂਦੀ ਹੈ, ਦੁਨੀਆ ਨੀਵਾਂ ਵੀ ਸੁੱਟਦੀ ਹੈ। ਆਪਣੇ ਆਪ ਨੂੰ ਕਿੱਦਾਂ ਉੱਚਾ ਰੱਖ ਕੇ ਚੱਲਣਾ ਵੀ ਸਿਰ ਸਾਡਾ ਉੱਚਾ ਚੁੱਕਿਆ ਰਵੇ, ਕਿਸੇ ਦੇ ਸਾਹਮਣੇ ਸ਼ਰਮਿੰਦਾ ਨਾ ਹੋਣਾ ਪੈ ਜਾਵੇ। ਮਹਾਰਾਜ ਕਹਿੰਦੇ ਜੇ ਤੇ ਇੰਨਾ ਕੁਝ ਸੋਚ ਕੇ ਚੱਲਦੇ ਪਏ ਹਾਂ ਜ਼ਿੰਦਗੀ ਦੇ ਵਿੱਚ ਤੇ ਧਾਰਮਿਕ ਹੋ ਸਕਦੇ ਹਾਂ। ਜੇ ਨਹੀਂ ਸੋਚਦੇ ਪਏ ਤੇ ਫਿਰ ਤੇ ਪਾਠ ਪੂਜਾ ਕਰਨ ਵਾਲਿਆਂ ਦਾ ਕਿਤੇ ਘਾਟਾ ਦੁਨੀਆ ਦੇ ਵਿੱਚ, ਕਰਮਕਾਂਡ ਕਰਨ ਵਾਲਿਆਂ ਦਾ ਘਾਟਾ ਕਿਤੇ ਜ਼ਿੰਦਗੀ ਦੇ ਵਿੱਚ। ਹਜ਼ੂਰ ਕਹਿੰਦੇ ਜਤ ਗੰਢੀ, ਉੱਚੇ ਕਰੈਕਟਰ ਦੀਆਂ ਗੰਢਾਂ ਮੇਰੇ ਪੱਲੇ ਹੋਣ। ਫਿਰ ਕੀ ਹੈ? ਜਤ ਗੰਢੀ ਸਤ ਵਟ, ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ। ਇਹ ਪੰਡਿਤ ਜੀ ਜੇ ਇਦਾਂ ਦਾ ਕੋਈ ਜਨੇਊ ਤੁਹਾਡੇ ਕੋਲ ਹੈ ਤੇ ਮੈਨੂੰ ਦਿਓ, ਕਿਉਂਕਿ ਇਹ ਜਨੇਊ ਸਰੀਰ ਦਾ ਨਹੀਂ ਹੈ, ਇਹ ਤੁਹਾਡੇ ਮਨ ਦਾ ਹੈ, ਤੁਹਾਡੇ ਆਤਮਾ ਦਾ ਜਨੇਊ ਹੈ। ਮੈਂ ਫੇਰ ਦੁਹਰਾ ਦੇਵਾਂ, ਗਲਤੀਆਂ ਕਰਨ ਨੂੰ ਮੇਰਾ ਦਿਲ ਕਰਦਾ ਪਿਆ ਹੈ ਤੇ ਮੈਨੂੰ ਕੋਈ ਕਵੇ ਬਾਂਹ ਤੇ ਧਾਗਾ ਬੰਨ ਲਾ, ਕਦੀ ਇਦਾਂ ਗਲਤੀਆਂ ਰੁਕਦੀਆਂ ਨੇ? ਕਦੀ ਨਹੀਂ ਰੁਕਦੀਆਂ। ਮਹਾਰਾਜ ਕਹਿੰਦੇ ਜਿਹੜਾ ਦਿਲ ਨੂੰ ਚੀਜ਼ ਨਹੀਂ ਅੱਗੇ ਕੁਐਸਚਨ ਮਾਰਕ ਕਰਦੀ ਪਈ, ਦਿਲ ਨੂੰ ਨਹੀਂ ਰੋਕਦੀ ਪਈ, ਮਨ ਨੂੰ ਨਹੀਂ ਰੋਕਦੀ ਪਈ ਗਲਤੀਆਂ ਕਰਨ ਤੋਂ, ਉਹ ਚੀਜ਼ ਮੇਰਾ ਕੀ ਫਾਇਦਾ ਕਰ ਦੇਵੇਗੀ? ਇਸ ਕਰਕੇ ਸਾਡੇ ਪ੍ਰੋਬਲਮ ਇਹ ਚੱਲਦੀ ਪਈ ਹੈ ਵੀ ਮੇਰਾ ਮਨ ਨਹੀਂ ਟਿਕਦਾ ਤੇ ਮੈਂ ਕਹਿੰਦਾ ਹਾਂ ਮੇਰੀ ਦੂਜੀ ਥਾਂ ਤੇ ਜਾ ਕੇ ਪਾਠ ਕਰ ਦਿਓ। ਕੀ ਹੋਵੇਗਾ ਇਹਦੇ ਨਾਲ? ਪਾਠ ਹੋ ਗਿਆ, ਗੱਲ ਖਤਮ ਹੋ ਗਈ। ਮੇਰਾ ਮਨ ਤੇ ਫਿਰ ਉੱਥੇ ਦਾ ਉੱਥੇ ਹੀ ਹੈ। ਮੈਂ ਸੋਚਦਾ ਸੀ ਮਨ ਮੇਰਾ ਨਹੀਂ ਟਿਕਦਾ ਪਿਆ, ਧਾਗਾ ਗੁਰਦੁਆਰੇ ਬੰਨ੍ਹ ਆਵਾਂ ਜਾ ਕੇ, ਕੀ ਪ੍ਰੋਬਲਮ ਹੈ? ਹਜ਼ੂਰ ਕਹਿੰਦੇ ਭਾਈ ਇਹ ਦਿਲ ਦੇ ਨਾਲ ਨਿਭਣ ਵਾਲੀ ਗੱਲ ਹੈ। ਆਪਣੇ ਮਨ ਨੂੰ ਸਮਝਾਈਏ ਵੀ ਮਨ ਕਿੰਨਾ ਕੁ ਦਿਆਲੂ ਹੈ, ਮਨ ਕਿੰਨਾ ਕੁ ਸਿਦਕ ਦੇ ਵਿੱਚ ਆਉਂਦਾ ਹੈ, ਸੰਤੋਖੀ ਹੈ। ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ, ਨਾ ਇਹ ਟੁੱਟੈ। ਫਿਰ ਜੋ ਸਾਡਾ ਸੁਭਾਅ ਬਣ ਜਾਂਦਾ ਨਾ, ਉਹ ਕਦੀ ਟੁੱਟਦਾ ਨਹੀਂ ਹੈ। ਤੁਸੀਂ ਖੁਦ ਵੇਖ ਲਓ, ਹੁਣ ਜਿਹੜੇ ਬੰਦੇ ਦੇ ਅੰਦਰ ਦਿਆਲਤਾ ਆ ਗਈ ਹੈ, ਜਿਹੜਾ ਦਿਆਲੂ ਬੰਦਾ ਹੈ, ਉਹ ਇੰਡੀਆ 'ਚ ਵੀ ਦਿਆਲੂ ਤੇ ਉਹ ਕੈਨੇਡਾ ਦੇ ਵਿੱਚ ਵੀ ਦਿਆਲੂ, ਉਹ ਇੰਡੀਆ 'ਚ ਵੀ ਦਿਆਲੂ ਤੇ ਅਮਰੀਕਾ 'ਚ ਵੀ ਦਿਆਲੂ, ਤੇ ਜਿਹੜਾ ਇੱਥੇ ਕੰਜੂਸ ਹੈ ਉਹਨੂੰ ਭਾਵੇਂ ਨਾਰਥ ਪੋਲ 'ਚ ਲੈ ਜਾਓ, ਉਹਨੂੰ ਉੱਥੇ ਵੀ ਕੰਜੂਸ ਹੀ ਰਹਿਣਾ, ਕਿਉਂਕਿ ਸੁਭਾਅ ਦੀ ਗੱਲ ਹੈ। ਮਰਦ ਕਹਿੰਦੇ ਨਾ ਇਹ ਟੁੱਟੈ, ਜੋ ਸੁਭਾਅ ਬਣ ਗਿਆ ਹੈ, ਜੇ ਸੁਭਾਅ ਤੋਂ ਦਿਆਲੂ ਹਨ ਤੇ ਦਿਆਲਤਾ ਕਦੀ ਖਤਮ ਨਹੀਂ ਹੋਵੇਗੀ, ਜਿੱਥੇ ਮਰਜ਼ੀ ਚਲੇ ਜਾਈਏ। ਇਹੋ ਜਿਹਾ ਜਨੇਊ ਕਦੀ ਟੁੱਟਦਾ ਹੀ ਨਹੀਂ। ਨਾ ਇਹ ਟੁੱਟੈ ਨਾ ਮਲ ਲੱਗੇ। ਮੇਰੀ ਦਿਆਲਤਾ ਨੂੰ, ਮੇਰੀਆਂ ਚੰਗਿਆਈਆਂ ਨੂੰ ਕੀ ਮੈਲ ਲੱਗ ਸਕਦੀ ਹੈ? ਬਾਹਰ ਤੇ ਅਸੀਂ ਕੱਪੜੇ ਪਾਉਂਦੇ ਹਾਂ, ਕੱਪੜੇ ਗੰਦੇ ਹੋ ਜਾਂਦੇ ਨੇ। ਮੈਂ ਜੀ ਚੰਗਾ ਬਹੁਤ ਹਾਂ ਤੇ ਕੋਈ ਕਵੇ ਤੇਰੀ ਚੰਗਿਆਈ ਨੂੰ ਮੈਲ ਲੱਗ ਗਈ, ਕਦੀ ਚੰਗਿਆਈਆਂ ਨੂੰ ਵੀ ਮੈਲ ਲੱਗਦੀ ਹੈ। ਮਰਦ ਕਹਿੰਦੇ ਨਾ ਇਹ ਟੁੱਟੇ ਨਾ ਮਲ ਲੱਗੈ, ਨਾ ਇਹ ਜਲੈ ਨਾ ਜਾਏ। ਹੁਣ ਬਾਹਰ ਦਾ ਕੋਈ ਧਾਗਾ ਹੋਵੇਗਾ
ਤੇ ਅੱਗ ਦੇ ਵਿੱਚ ਪਾਵਾਂਗੇ ਤੇ ਸੜ ਵੀ ਜਾਵੇਗਾ। ਕਦੀ ਇਦਾਂ ਹੋਇਆ ਹੋਵੇ ਵੀ ਮੈਂ ਜਿਹੜਾ ਸੀ ਉਹ ਘਰ ਦੇ ਵਿੱਚ ਕੁਝ ਪ੍ਰੋਬਲਮ ਆ ਗਈ, ਕੁਝ ਸੜ ਗਿਆ, ਤੇ ਉਹਦੇ ਵਿੱਚ ਮੇਰੇ ਸਰਟੀਫਿਕੇਟ ਮੰਨ ਲਓ ਸੜ ਗਏ। ਕਈਆਂ ਦੇ ਨਾਲ ਇਦਾਂ ਵਾਪਰ ਜਾਂਦਾ। ਹੁਣ ਸਰਟੀਫਿਕੇਟ ਸੜ ਗਏ ਤੇ ਕੀ ਨਾਲ ਪੜ੍ਹਾਈ ਵੀ ਸੜ ਗਈ ਹੈ? ਪੜ੍ਹਾਈ ਤੇ ਕਦੀ ਨਹੀਂ ਸੜਦੀ। ਕਈਆਂ ਦੇ ਨਾਲ ਇਦਾਂ ਵਾਪਰ ਜਾਂਦਾ ਜੀ, ਸਰਟੀਫਿਕੇਟ ਚੋਰੀ ਹੋ ਗਏ। ਸਰਟੀਫਿਕੇਟ ਚੋਰੀ ਹੋਣ ਦੇ ਨਾਲ ਕੀ ਪੜ੍ਹਾਈ ਵੀ ਚੋਰੀ ਹੋ ਗਈ ਹੈ? ਪੜ੍ਹਾਈ ਤੇ ਕਦੀ ਨਹੀਂ ਚੋਰੀ ਹੋਈ। ਮਰਜ਼ ਕਹਿੰਦੇ ਨਾ ਇਹ ਜਲੇ ਨਾ ਜਾਏ, ਬਾਹਰ ਦੀਆਂ ਚੀਜ਼ਾਂ ਖਤਮ ਹੋ ਜਾਣਗੀਆਂ, ਜੋ ਤੁਹਾਡਾ ਸੁਭਾਅ ਬਣਿਆ ਹੈ ਉਹ ਕਦੀ ਖਤਮ ਨਹੀਂ ਹੋਵੇਗਾ। ਇਸ ਕਰਕੇ ਇਹਨਾਂ ਚੀਜ਼ਾਂ ਵੱਲ ਦੇ ਨਾ ਵੇਖੋ ਵੀ ਤੁਸੀਂ ਜਿਹੜਾ ਹੈ ਉਹ ਚਿੰਨ੍ਹ ਧਾਰਮਿਕ ਕਿੱਦਾਂ ਦੇ ਪਾਉਂਦੇ, ਵੀ ਟਿੱਕਾ ਕਿਹੜਾ ਲਾਇਆ, ਧਾਗੇ ਕਿੰਨੇ ਬੰਨੇ ਤੇ ਨਗ ਕਿੰਨੇ ਪਾਏ ਹੋਏ ਨੇ, ਕੋਈ ਫਰਕ ਨਹੀਂ ਪੈਂਦਾ ਇਹਨਾਂ ਗੱਲਾਂ ਦੇ ਨਾਲ। ਸਤਿਗੁਰੂ ਕਹਿੰਦੇ ਜੋ ਸਾਡਾ ਸੁਭਾਅ ਹੈ ਉਹ ਸਾਡੇ ਨਾਲ ਨਿਭਦਾ ਪਿਆ ਹੈ, ਉਹ ਸਾਡੇ ਨਾਲ ਚੱਲਦਾ ਪਿਆ ਹੈ। ਇਸ ਕਰਕੇ ਨਾ ਇਹ ਟੁੱਟੈ ਨਾ ਮਲ ਲੱਗੈ, ਨਾ ਇਹ ਜਲੇ ਨਾ ਜਾਏ, ਧਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ। ਸਤਿਗੁਰੂ ਕਹਿੰਦੇ ਧਨ ਹੈ ਉਹ ਬੰਦਾ, ਧਨ ਹੈ ਉਹ ਮਨੁੱਖ ਜਿਹੜਾ ਇਦਾਂ ਦੇ ਜਨੇਊ ਨੂੰ ਆਪਣੇ ਗਲ ਦੇ ਵਿੱਚ ਪਾ ਲੈਂਦਾ ਹੈ। ਧਨ ਸੋ ਮਾਨਸ ਨਾਨਕਾ ਮਤਲਬ ਜਿਹਦੇ ਸੁਭਾਅ ਦੇ ਵਿੱਚ ਦਿਆਲੂ ਹੋਣਾ ਆ ਜਾਂਦਾ ਹੈ, ਜਿਹਦੇ ਸੁਭਾਅ ਦੇ ਵਿੱਚ ਸੰਤੋਖ ਆ ਜਾਂਦਾ ਹੈ। ਤੇ ਮੈਂ ਫੇਰ ਦੁਹਰਾ ਦੇਵਾਂ, ਦਿਆਲੂ ਹੋਣਾ ਸਿਰਫ ਜਾਨਵਰਾਂ ਦੇ ਪ੍ਰਤੀ ਨਹੀਂ ਹੈ। ਆ ਜਿਹੜੇ ਦੇਸ਼ ਦੇ ਬੰਦੇ ਨੇ ਇਹਨਾਂ ਦੇ ਪ੍ਰਤੀ ਵੀ ਦਿਆਲੂ ਹੋਈਏ। ਸਾਨੂੰ ਇੱਥੋਂ ਤੱਕ ਸਾਡੀ ਪ੍ਰੋਬਲਮ ਆ ਗਈ ਹੈ ਕਿ ਤੁਸੀਂ ਵੇਖਦੇ ਜੇ ਸ਼ਹਿਰਾਂ ਦੇ ਹਾਲਾਤ, ਤੇ ਮੈਂ ਜ਼ਿਆਦਾ ਵੇਖਦਾ ਹਾਂ ਵੀ ਅਸੀਂ ਉਹਨੂੰ ਦੂਸਰੇ ਪਾਸੇ ਤੋਂ ਨਾ ਸਮਝ ਲੈਣਾ ਵੀ ਘਰਾਂ ਦੇ ਵਿੱਚ ਨਾ ਲੋਕਾਂ ਨੇ ਜਿਹੜੇ ਪੈਟ ਰੱਖੇ ਹੋਏ ਨੇ ਉਹਨੂੰ ਗੱਡੀਆਂ ਦੇ ਵਿੱਚ ਵੇਖੋ ਕਿੱਦਾਂ ਲੋਕੀ ਘੁਮਾਉਂਦੇ ਫਿਰਾਉਂਦੇ ਨੇ। ਚਲੋ ਆਪਣੀ ਮਰਜ਼ੀ ਹੈ ਕਿਸੇ ਦੀ, ਅਸੀਂ ਕਿਸੇ ਨੂੰ ਨਹੀਂ ਕਹਿੰਦੇ, ਪਰ ਉਸੇ ਗੱਡੀ ਦੇ ਲਾਗੇ ਕੋਈ ਗਰੀਬ ਜਿਹਾ ਬੱਚਾ ਆ ਜਾਵੇ ਤੇ ਵੇਖੋ ਉਹਨੂੰ ਕਿੱਦਾਂ ਬੋਲਦੇ ਨੇ। ਅਸੀਂ ਆਦਤਾਂ ਵੇਖਦੇ ਹੀ ਹਾਂ ਸ਼ਹਿਰਾਂ ਵਾਲਿਆਂ ਦੀਆਂ। ਇਹ ਨਹੀਂ, ਮੈਂ ਸਿਰਫ ਇਸ ਕਰਕੇ ਕਹਿਣਾ ਹਾਂ ਵੀ ਭਾਈ ਸਾਡੀ ਦਿਆਲਤਾ ਦੇ ਵਿੱਚ ਫਰਕ ਕਿਉਂ ਇੰਨਾ ਹੋ ਜਾਂਦਾ ਵੀ ਇੱਕ ਦੇ ਪ੍ਰਤੀ ਅਸੀਂ ਇੰਨੇ ਦਿਆਲੂ ਤੇ ਦੂਜੇ ਨੂੰ ਅਸੀਂ ਸਿੱਧੇ ਮੂੰਹ ਗੱਲ ਵੀ ਨਹੀਂ ਕਰ ਸਕਦੇ। ਸਾਡਾ ਨਹੀਂ ਦਿਲ ਕਰਦਾ ਕਿਸੇ ਨੂੰ ਕੁਝ ਦੇਣ ਨੂੰ, ਕੁਝ ਵੰਡਣ ਨੂੰ, ਪਰ ਸਾਡਾ ਘੱਟੋ ਘੱਟ ਇੰਨਾ ਕੁ ਤੇ ਫਰਜ਼ ਬਣਦਾ ਵੀ ਐਜ਼ ਏ ਹਿਊਮਨ ਤੇ ਟਰੀਟ ਕੀਤਾ ਜਾਵੇ ਨਾ। ਸਾਡੀ ਪੜ੍ਹਾਈ ਤੇ ਤਾਂ ਪਤਾ ਲੱਗੇਗੀ, ਫਿਰ ਸਾਡੀ ਪੜ੍ਹਾਈ ਕਿਸ ਕੰਮ ਹੈ। ਹਜ਼ੂਰ ਕਹਿੰਦੇ ਨੇ ਭਾਈ ਧਨ ਹੈ ਉਹ ਬੰਦਾ ਜਿਹੜਾ ਆਹ ਸੁਭਾਅ ਲੈ ਕੇ ਤੁਰਿਆ ਫਿਰਦਾ ਹੈ। ਧਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ। ਤੇ ਦੂਸਰੇ ਪਾਸੇ ਵੇਖ ਲਓ, ਮਰਜ਼ ਕਹਿੰਦੇ ਫਿਰ ਤੁਹਾਨੂੰ ਤੁਸੀਂ ਗੁਰਦੁਆਰੇ ਤੋਂ ਬਾਹਰ ਨਿਕਲੇ, ਮੰਦਿਰ ਤੋਂ ਬਾਹਰ ਨਿਕਲੇ, ਤੇ ਉੱਥੇ ਤੁਹਾਨੂੰ ਦੁਕਾਨ ਮਿਲ ਜਾਵੇਗੀ। ਦੁਕਾਨ ਦੇ ਉੱਤੇ ਫਿਰ ਕੀ ਮਿਲਦਾ ਪਿਆ ਵੀ ਆਹ ਧਾਗਾ ਤੁਸੀਂ ਪਾ ਲਓ। ਇੱਕ ਛੋਟੀ ਜਿਹੀ ਉਦਾਹਰਣ ਹੈ, ਮੰਨ ਲਓ ਕਿ ਤੁਹਾਨੂੰ ਕਹਿੰਦੇ ਵੀ ਗਲ ਦੇ ਵਿੱਚ ਖੰਡਾ ਪਾ ਲਓ, ਤੁਸੀਂ ਬਾਂਹ ਦੇ ਉੱਤੇ ਲੈ ਕੇ ਕੜਾ ਪਾ ਲਓ। ਇਹ ਸਾਰੇ ਚਿੰਨ੍ਹ ਮੈਂ ਕਹਿੰਦਾ ਹਾਂ ਸਾਡੇ ਵਿੱਚ ਜ਼ਰੂਰੀ ਨੇ, ਸਾਡੇ ਕਕਾਰ ਨੇ, ਪਰ ਜੇ ਇਹਨਾਂ ਦੇ ਪਿਛਲੀ ਤੁਹਾਨੂੰ ਫਿਲਾਸਫੀ ਦੀ ਸਮਝ ਨਹੀਂ ਹੈ, ਜਾਂ ਇਹਨਾਂ ਦੇ ਪਿੱਛੇ ਇਹਨਾਂ ਨੂੰ ਪਾ ਕੇ ਕਰਨਾ ਕੀ ਹੈ ਤੇ ਕੀ ਨਹੀਂ ਕਰਨਾ, ਜੇ ਫਿਰ ਉਹ ਕੁਝ ਕਰੀ ਜਾ ਰਹੇ ਆ ਤੇ ਫਿਰ ਇਹਨਾਂ ਦਾ ਪਾਇਆਂ ਦਾ ਕੀ ਫਾਇਦਾ ਹੋ ਰਿਹਾ? ਕੋਈ ਫਾਇਦਾ ਨਹੀਂ ਹੋ ਰਿਹਾ। ਇਸ ਕਰਕੇ ਦਾਤਾਰ ਕੀ ਕਹਿੰਦੇ ਨੇ ਭਾਈ ਵੇਖੋ, ਚੌਕੜ ਮੁੱਲ ਅਣਾਇਆ, ਬਾਹਰੋਂ ਫੁੱਲਾਂ ਦਾ ਹਾਰ ਲਿਆਂਦਾ ਤੇ ਆ ਕੇ ਗੁਰਦੁਆਰੇ ਚੜਾ ਦਿੱਤਾ, ਮੰਦਿਰ ਚੜਾ ਦਿੱਤਾ, ਤੇ ਆਪਾਂ ਕੀ ਹੋ ਗਏ? ਆਪਾਂ ਧਾਰਮਿਕ ਹੋ ਗਏ। ਕਿੱਡੇ ਕਮਾਲ ਦਾ ਸੌਦਾ ਨਾ। ਤੇ ਗੁਰਬਾਣੀ ਨੂੰ ਪੜ੍ਹ ਕੇ ਵੇਖੋ, ਮਹਾਰਾਜ ਕਹਿੰਦੇ ਵੀ ਤੁਸੀਂ ਇੱਥੋਂ ਤੋੜ ਕੇ ਲੈ ਕੇ ਆ ਰਹੇ ਜੇ, ਤੇ ਜਦੋਂ ਉਹ ਦਰਖਤ ਦੇ ਉੱਤੇ, ਉਸ ਪੌਦੇ ਦੇ ਉੱਤੇ ਫੁੱਲ ਖਿੜਿਆ ਸੀ, ਉਦੋਂ ਕਿਹਦੇ ਲਈ ਖਿੜਿਆ ਸੀ? ਮੇਰੇ ਲਈ ਥੋੜਾ ਖਿੜਿਆ ਸੀ, ਰੱਬ ਲਈ ਖਿੜਿਆ ਸੀ। ਉਹ ਕੁਦਰਤ ਲਈ ਖਿੜਦਾ, ਬੰਦੇ ਲਈ ਕਿੱਥੇ ਖਿੜਦਾ? ਦਾਤਾਰ ਕਹਿ ਰਹੇ ਨੇ ਭਾਈ ਚੌਕੜ ਮੁੱਲ ਅਣਾਇਆ, ਮੁੱਲ ਦੀਆਂ ਚੀਜ਼ਾਂ ਲੈ ਲਈਆਂ ਸੀ। ਕਿੰਨਾ ਕੁਝ ਧਾਰਮਿਕ ਪੂਜਾ ਦੇ ਲਈ ਸਾਨੂੰ ਮੁੱਲ ਮਿਲ ਜਾਂਦਾ। ਅੱਜ ਕੱਲ੍ਹ ਤਾਂ ਸਾਰਾ ਕੁਝ ਹੀ, ਹੁਣ ਤਾਂ ਪੂਜਾ ਵੀ ਮੁੱਲ ਦੀ ਹੋ ਗਈ ਨਾ, ਵੀ ਪੂਜਾ ਵੀ ਤੁਸੀਂ ਕਰਦੇ ਹੋ, ਅਸੀਂ ਪੈਸੇ ਹੀ ਪਾ ਦੇਵਾਂਗੇ ਤੁਹਾਨੂੰ। ਚੌਕੜ ਮੁੱਲ ਅਣਾਇਆ, ਬਹਿ ਚੌਕੇ ਪਾਇਆ। ਚੌਕਾ ਹੁੰਦਾ ਸਪੈਸ਼ਲ ਜਗ੍ਹਾ ਜਿਹਦੇ ਉੱਤੇ ਬੈਠ ਕੇ ਖਾਸ ਰਸਮ ਕੀਤੀ ਜਾਂਦੀ ਹੈ। ਜਿੱਦਾਂ ਤੁਸੀਂ ਵੇਖੋਗੇ ਵਿਆਹ ਹੋਵੇ ਨਾ, ਤੇ ਉਹ ਘਰ ਦੇ ਵਿੱਚ ਇੱਕ ਚੌਕ ਬਣਾ ਦਿੱਤਾ ਜਾਂਦਾ ਵੀ ਇੱਥੇ ਬੈਠ ਕੇ ਰਸਮ ਕੀਤੀ ਜਾਵੇ। ਉਹ ਸਪੈਸ਼ਲ ਜਗ੍ਹਾ ਨੂੰ ਪਵਿੱਤਰ ਕੀਤਾ ਜਾਂਦਾ ਹੈ ਉਹ ਗੋਬਰ ਦੇ ਨਾਲ। ਉਹਨਾਂ ਦੇ ਖਿਆਲ ਨੇ, ਸਿਰਫ ਗੁਰੂ ਸਾਹਿਬ ਨੇ ਇੱਕ ਉਦਾਹਰਣ ਬੋਲੀ ਹੈ, ਚੌਕੜ ਮੁੱਲ ਅਣਾਇਆ ਬਹਿ ਚੌਕੇ ਪਾਇਆ। ਤੇ ਜਦੋਂ ਉਹਦੇ ਇੱਕ ਕੰਨ ਦੇ ਵਿੱਚ ਨਾ ਸਿੱਖਿਆ ਦੇ ਦਿੱਤੀ ਜਾਂਦੀ ਹੈ। ਕਿਹੜੀ ਸਿੱਖਿਆ? ਸਿੱਖਾ ਕੰਨ ਚੜਾਈਆ ਗੁਰ ਬ੍ਰਾਹਮਣ ਥਿਆ। ਉਹਦੇ ਕੰਨ ਦੇ ਵਿੱਚ ਇੱਕ ਗੱਲ ਬੋਲ ਦਿੱਤੀ ਜਾਂਦੀ ਹੈ। ਮਤਲਬ ਕੰਨ ਦੇ ਵਿੱਚ ਬੋਲਣ ਦਾ ਮਤਲਬ, ਹੁਣ ਮੈਂ ਤੁਹਾਡੇ ਕੰਨ 'ਚ ਥੋੜਾ ਬੋਲਦਾ ਪਿਆ, ਪਰ ਤੁਹਾਡੇ ਕੰਨਾਂ 'ਚ ਆਵਾਜ਼ ਜਾ ਰਹੀ ਹੈ ਨਾ। ਇਹਦਾ ਮਤਲਬ ਸਿਰਫ ਇੰਨਾ ਕੁ ਹੈ ਵੀ ਉਹਨੂੰ ਦੱਸ ਦਿੱਤਾ ਜਾਂਦਾ ਹੈ। ਕੰਨ 'ਚ ਬੋਲਣ ਦਾ ਮਤਲਬ ਇਹ ਨਹੀਂ ਵੀ ਲਾਗੇ ਆ ਕੇ ਕੰਨ 'ਚ ਬੋਲਦਾ, ਨਹੀਂ। ਸਿੱਖਾ ਕੰਨ ਚੜਾਈਆ, ਉਹਨੂੰ ਇੱਕ ਗੱਲ ਦ੍ਰਿੜ ਕਰਵਾ ਦਿੱਤੀ ਜਾਂਦੀ ਹੈ। ਕਿਹੜੀ ਗੱਲ? ਗੁਰ ਬ੍ਰਾਹਮਣ ਥਿਆ। ਅੱਜ ਤੱਕ ਤੇਰੇ ਜਿੰਨੇ ਧਾਰਮਿਕ ਕਰਮ ਨੇ ਹੁਣ ਉਹ ਸਾਰੇ ਬ੍ਰਾਹਮਣ ਕਰੇਗਾ। ਆਹ ਫਰਕ ਹੈ ਗੁਰਮਤ ਦਾ। ਮੈਂ ਇਹ ਵੀ ਆਪ ਜੀ ਦੇ ਅੱਗੇ ਰੱਖ ਦੇਵਾਂ। ਮੈਂ ਥੋੜੇ ਦਿਨ ਪਹਿਲਾਂ ਆਨੰਦ ਕਾਰਜ ਦੇ ਬਾਰੇ ਬੇਨਤੀ ਕੀਤੀ ਸੀ ਵੀ ਭਾਈ ਵਿਆਹ ਹੋਣਾ ਹੋਵੇ ਤੇ ਜ਼ਰੂਰੀ ਨਹੀਂ ਵੀ ਅਸੀਂ ਹੋਵਾਂਗੇ ਤੇ ਵਿਆਹ ਕਰਾਵਾਂਗੇ। ਸੰਗਤ ਦੇ ਵਿੱਚ ਜਿਹਨੂੰ ਵੀ ਰਸਮ ਆਉਂਦੀ ਹੈ ਆਨੰਦ ਕਾਰਜ ਕਰਵਾਉਣ ਦੀ, ਕੋਈ ਵੀ ਕਰਾ ਸਕਦਾ ਹੈ। ਅਰਦਾਸ ਕਰਨੀ ਹੈ ਖੁਦ ਕਰ ਸਕਦਾ ਹੈ ਸਿੱਖ। ਕੁਝ ਵੀ ਕਰਨਾ ਹੈ, ਕੋਈ ਵੀ ਧਾਰਮਿਕ ਕਰਮ ਕਰਨਾ ਹੈ ਜੀ, ਅਰਦਾਸ ਕਰਨੀ ਹੈ, ਪਾਠ ਕਰਨਾ ਹੈ, ਕਿੱਥੇ ਮਹਾਰਾਜ ਨੇ ਕਿਹਾ ਵੀ ਤੁਸੀਂ ਕਰਵਾਓ? ਮਹਾਰਾਜ ਕਹਿੰਦੇ ਕਰੋ।
ਪਰ ਇੱਥੇ ਵੇਖ ਲਓ, ਜੋ ਅੱਜ ਤੋਂ ਤੇਰਾ ਗੁਰੂ ਬ੍ਰਾਹਮਣ ਹੋ ਗਿਆ ਹੈ, ਤੂੰ ਇਹਦੇ ਤੋਂ ਪੁੱਛੇ ਤੋਂ ਬਿਨਾਂ ਕੁਝ ਨਹੀਂ ਕਰਨਾ। ਔਰ ਵੇਖ ਲਓ, ਇਦਾਂ ਦਾ ਸਾਡੇ ਪੱਲੇ ਪੈਂਦਾ ਹੈ ਲੋਕਾਂ ਦੇ ਜਨਮ ਸੰਸਕਾਰ ਤੋਂ, ਅਜੇ ਬੱਚੇ ਦਾ ਜਨਮ ਵੀ ਨਹੀਂ ਹੋਇਆ ਹੁੰਦਾ, ਉਹ ਜਿਹੜਾ ਬ੍ਰਾਹਮਣ ਹੈ ਨਾ, ਉਹ ਸਾਡੇ ਘਰ ਦੇ ਵਿੱਚ ਸੰਸਕਾਰ ਹੋ ਜਾਂਦਾ ਹੈ। ਤੇ ਬੰਦਾ ਚੜ੍ਹਾਈ ਕਰ ਜਾਂਦਾ ਹੈ, ਵਿਚਲੀ ਜ਼ਿੰਦਗੀ ਤੇ ਹੈ ਹੀ ਹੈ, ਬੰਦਾ ਚੜ੍ਹਾਈ ਵੀ ਕਰ ਜਾਂਦਾ ਹੈ ਤਾਂ ਵੀ ਸੰਸਕਾਰ ਬੰਦੇ ਦੇ ਜੇ ਪਿੱਛੇ ਰਹਿ ਜਾਂਦੇ ਨੇ। ਤੁਸੀਂ ਸ਼ਰਾਧਾਂ ਦੇ ਵਿੱਚ ਸੁਣ ਕੇ ਵੇਖਦੇ ਜੀ, ਸ਼ਰਾਧ ਕੀ ਹੈ? ਬੰਦੇ ਦੇ ਚਲੇ ਗਏ ਨੇ, ਅਜੇ ਵੀ ਉਹਨਾਂ ਦੀ ਯਾਦ ਸੰਸਕਾਰ ਹੋ ਰਹੇ। ਜਨਮ ਤੋਂ ਪਹਿਲਾਂ ਦਾ ਘਰ ਦੇ ਵਿੱਚ ਆਇਆ, ਮਰ ਵੀ ਗਿਆ ਬੰਦਾ ਤਾਂ ਵੀ ਇਹਦੇ ਘਰ ਦੇ ਵਿੱਚ ਬੈਠਾ ਹੋਇਆ ਹੈ। ਇਦਾਂ ਦੇ ਸੰਸਕਾਰ, ਗੁਰੂ ਬਣ ਗਿਆ ਨਾ। ਮਰਦ ਕਹਿੰਦੇ ਨੇ ਸਿੱਖਾ ਕੰਨ ਚੜਾਈਆ, ਗੁਰ ਬ੍ਰਾਹਮਣ ਥਿਆ, ਉਹ ਮੂਆ ਉਹ ਝੜ ਪਿਆ। ਕੀ ਹੋਇਆ? ਇਦਾਂ ਦਾ ਬਾਹਰੋਂ ਚੀਜ਼ਾਂ ਖਰੀਦ ਕੇ ਤੇ ਉਹਨੂੰ ਜਨੇਊ ਪਾ ਦਿੱਤਾ। ਤੁਹਾਨੂੰ ਪਤਾ ਹੀ ਨਹੀਂ ਵੀ ਭਾਈ ਇਹਨੂੰ ਪਾ ਕੇ ਤੇ ਕਰਨਾ ਕੀ ਹੈ, ਵੀ ਸਿਦਕ ਵੀ ਰੱਖਣਾ ਹੈ, ਇਹਨੂੰ ਪਾ ਕੇ ਦਇਆ ਵੀ ਰੱਖਣੀ ਹੈ। ਕੀ ਹੋਇਆ ਹੈ? ਉਹ ਮੂਆ ਜਿਹਨੇ ਪਾਇਆ ਸੀ, ਏਜ ਉਹਦੀ ਹੋ ਗਈ ਤੇ ਕੀ ਹੋ ਗਿਆ? ਉਹ ਚੜਾਈ ਕਰ ਗਿਆ। ਹੁਣ ਕਿਸੇ ਦੀ ਉਮਰ 80 ਸਾਲ 90 ਸਾਲ ਤੇ ਬੰਦਾ ਚੜਾਈ ਕਰ ਗਿਆ, ਉਹ ਮੂਆ ਉਹ ਝੜ ਪਿਆ। ਤੇ ਜਦੋਂ ਬੰਦੇ ਦਾ ਅੱਗ ਦੇ ਉੱਤੇ ਰੱਖ ਕੇ ਤੇ ਸੰਸਕਾਰ ਕੀਤਾ ਗਿਆ ਤੇ ਫਿਰ ਕੀ ਹੋ ਗਿਆ ਜੀ? ਉਹ ਜਿਹੜਾ ਜਨੇਊ ਪਾਇਆ ਹੋਇਆ ਸੀ ਉਹ ਵੀ ਸੜ ਗਿਆ। ਮੈਂ ਅੰਤ ਦੇ ਵਿੱਚ ਇਹਨੂੰ ਗੱਲ ਕਰਾਂਗਾ, ਕਿਉਂਕਿ ਕਿਸੇ ਵੇਲੇ ਨਾ ਮਨ ਦੇ ਵਿੱਚ ਖਿਆਲ ਆ ਜਾਂਦਾ ਵੀ ਕਿਰਪਾਨਾਂ ਵੀ ਤੇ ਪਾਈਆਂ ਹੀ ਹੋਈਆਂ ਨੇ। ਕਿਰਪਾਨ ਅਲੱਗ ਚੀਜ਼ ਹੈ। ਕਿਰਪਾਨ ਜਿਹੜਾ ਹੈ ਉਹ ਚਿੰਨ੍ਹ ਨਹੀਂ ਹੈ, ਕਿਰਪਾਨ ਕਕਾਰ ਹੈ, ਮਤਲਬ ਇਹ ਵਰਤੋਂ ਦੀ ਚੀਜ਼ ਹੈ। ਜੇ ਇਹਨੂੰ ਵਰਤਦੇ ਨਹੀਂ ਪਏ ਤੇ ਫਿਰ ਇਹ ਵੀ ਕਿਸੇ ਕੰਮ ਦੇ ਵਿੱਚ ਨਹੀਂ ਆਉਂਦਾ। ਆਪਾਂ ਕਹਿ ਦਈਏ ਵੀ ਬਸ ਪਾਇਆ ਹੋਇਆ ਹੈ ਪਰ ਸਿੱਖੀ ਵਾਲੀ ਰਹਿਤ ਕੋਈ ਨਹੀਂ। ਜੇ ਇਹਨਾਂ ਨੂੰ ਪਾ ਕੇ ਬਜਰ ਕਰਾਤਾਂ ਹੀ ਕਰਨੀਆਂ ਨੇ ਤੇ ਫਿਰ ਇਹਨਾਂ ਦਾ ਵੀ ਪਾਇਆ ਹੋਇਆ ਕਿਸ ਕੰਮ ਆ ਰਿਹਾ? ਆਪਾਂ ਵੇਖਾਂਗੇ ਬਜਰ ਕਰਾਤਾਂ ਹੈ ਕੀ ਨੇ। ਜੇ ਧਾਰਮਿਕ ਬੰਦਾ ਸਮੇਤ ਮੇਰੇ ਕੜਾ ਪਾ ਕੇ ਫਿਰ ਕੰਮ ਗਲਤ ਪਾਸੇ ਵਧੀ ਜਾਂਦੇ ਨੇ, ਹੱਥ ਫਿਰ ਕਿਸੇ ਦਾ ਹੱਕ ਮਾਰੀ ਜਾਂਦੇ ਨੇ, ਤੇ ਕੜੇ ਪਾਏ ਨੂੰ ਕੀ ਕਰਾਂਗੇ ਅਸੀਂ? ਕੜਾ ਤੇ ਇਸ ਕਰਕੇ ਹੈ ਨਾ, ਦੋ ਤਰੀਕੇ ਕੰਮ ਹੁੰਦੇ ਸੀ ਕੜੇ ਦੇ, ਵੀ ਇੱਕ ਤੇ ਕੋਈ ਹਥਿਆਰ ਦੇ ਨਾਲ ਵਾਰ ਕਰੇ ਤੇ ਸਾਡਾ ਜਿਹੜਾ ਕੜਾ ਹੈ ਨਾ ਉਹ ਹਥਿਆਰ ਦੇ ਵਾਰ ਨੂੰ ਰੋਕਦਾ ਹੁੰਦਾ ਸੀ, ਇਸ ਪਾਸੇ ਲਈ ਕੜਾ। ਦੂਸਰਾ ਇਹ ਸੀ ਵੀ ਭਾਈ ਜਦੋਂ ਵੀ ਅਸੀਂ ਕੰਮ ਕਰਦੇ ਹਾਂ ਤੇ ਸਾਡਾ ਹੱਥ ਅੱਗੇ ਵੱਧਦਾ ਹੈ, ਉਹ ਕੜਾ ਸਾਨੂੰ ਇਸ ਗੱਲ ਦੇ ਬਾਰੇ ਰਿਅਲਾਈਜ਼ ਕਰਾਉਂਦਾ ਹੈ ਵੀ ਭਾਈ ਜਿਹੜਾ ਮੈਂ ਕੰਮ ਕਰਨ ਲੱਗਾ ਇਹ ਚੰਗਾ ਹੈ, ਕਿਉਂਕਿ ਗੁਰੂ ਦੀ ਨਿਸ਼ਾਨੀ ਆ। ਜੇ ਚੰਗਾ ਕੰਮ ਨਹੀਂ ਹੈ ਤੇ ਹੱਥ ਵਾਪਸ ਖਿੱਚ ਲਵਾਂ। ਕੜਾ ਮੈਨੂੰ ਇਸ ਗੱਲ ਦਾ ਅਹਿਸਾਸ ਕਰਾਉਂਦਾ ਸੀ, ਪਰ ਹੁਣ ਤੁਸੀਂ ਵੇਖੋ ਜੇ ਸਾਨੂੰ ਕੜਾ ਇਸ ਗੱਲ ਦਾ ਅਹਿਸਾਸ ਹੀ ਨਹੀਂ ਕਰਾ ਰਿਹਾ ਤੇ ਫਿਰ ਸਾਡਾ ਕੜਾ ਪਾਇਆ ਵੀ ਜਿਹੜਾ ਹੈ ਉਹ ਇੱਕ, ਸਮਝ ਲਓ ਮੈਂ ਸ਼ਬਦ ਵਰਤਾਂਗਾ ਕਿ ਇੱਕ ਭੇਖ ਜਿਹਾ ਬਣ ਕੇ ਰਹਿ ਜਾਂਦਾ ਹੈ। ਕੀ ਫਾਇਦਾ ਹੈ ਇਹਨਾਂ ਚੀਜ਼ਾਂ ਦਾ? ਫਿਰ ਇਹਨੂੰ ਇਹ ਨਾ ਸਮਝਣਾ ਕਿ ਕੜੇ ਨਹੀਂ ਪਾਉਣੇ, ਕੜੇ ਪਾਉਣੇ ਨੇ ਪਰ ਆਪਣੇ ਕਰਮਾਂ ਦੇ ਵੱਲ ਧਿਆਨ ਦੇਣਾ ਹੈ, ਇਹ ਜ਼ਰੂਰੀ ਨੇ ਚੀਜ਼ਾਂ। ਹਜ਼ੂਰ ਕਹਿੰਦੇ ਨੇ ਉਹ ਮੂਆ ਭਾਈ ਜਿਹਨੇ ਪਾਇਆ ਸੀ ਉਹ ਚੜ੍ਹਾਈ ਕਰ ਗਿਆ, ਤੇ ਜਦੋਂ ਉਹਨੂੰ ਸੰਸਕਾਰਿਆ ਗਿਆ ਤੇ ਜਿਹੜਾ ਉਹਦਾ ਪਾਇਆ ਹੋਇਆ ਜਨੇਊ ਸੀ ਉਹ ਵੀ ਝੜ ਗਿਆ। ਉਹ ਮੂਆ ਉਹ ਝੜ ਪਿਆ ਤੇ ਕਿੱਦਾਂ? ਵੇ ਤੱਗਾ ਗਿਆ। ਅੰਦਰ ਕੋਈ ਗੁਣ ਨਹੀਂ ਸੀ। ਇਹ ਉਸ ਬੰਦੇ ਦੇ ਬਾਰੇ ਗੱਲ ਕੀਤੀ ਜਾ ਰਹੀ ਹੈ ਜਿਹੜੇ ਅੰਦਰੋਂ ਕੋਈ ਗੁਣ ਨਹੀਂ ਸੀ, ਤੇ ਹੁਣ ਜਦੋਂ ਖਤਮ ਹੋਇਆ ਤੇ ਜਿਹੜਾ ਇੱਥੇ ਨਿਭਣਾ ਸੀ ਉਹ ਤੇ ਇੱਥੋਂ ਤੱਕ ਨਿਭ ਗਿਆ, ਤੇ ਅੱਗੇ ਬੰਦਾ ਕੀ ਹੋਇਆ? ਵੇ ਤੱਗਾ ਗਿਆ। ਅੱਗੇ ਬੰਦਾ ਜਨੇਊ ਤੋਂ ਬਿਨਾਂ ਹੀ ਗਿਆ, ਮਤਲਬ ਗੁਣਾਂ ਤੋਂ ਬਿਨਾਂ ਹੀ ਅਗਲੇ ਪਾਸੇ ਗਿਆ, ਕੁਝ ਨਹੀਂ ਮਿਲਿਆ ਜ਼ਿੰਦਗੀ ਦੇ ਵਿੱਚ। ਫਿਰ ਅੱਗੇ ਸਤਿਗੁਰੂ ਕਹਿੰਦੇ ਨੇ, ਮਹਾਰਾਜ ਕਹਿੰਦੇ ਸੁਭਾਅ ਵੇਖੋ ਲੋਕਾਂ ਦਾ, ਮਹਿਲਾ ਪਹਿਲਾ, ਲੱਖ ਚੋਰੀਆਂ, ਲੱਖ ਜਾਰੀਆਂ, ਲੱਖ ਕੂੜੀਆਂ, ਲੱਖ ਗਾਲ। ਮਹਾਰਾਜ ਕਹਿੰਦੇ ਲੱਖਾਂ ਚੋਰੀਆਂ ਕਰਦਾ ਹੈ ਬੰਦਾ, ਮਨ ਦੀਆਂ ਚੋਰੀਆਂ, ਤਨ ਦੀਆਂ ਚੋਰੀਆਂ, ਫਿਰ ਲੱਖ ਜਾਰੀਆਂ, ਹਰ ਵਾਰ ਕਿਸੇ ਨਾ ਕਿਸੇ ਦੂਸਰੇ ਦੇ ਬਾਰੇ ਗਲਤ ਸੋਚਦਾ ਫਿਰਦਾ, ਦੂਸਰਿਆਂ ਸਰੀਰਾਂ ਦੇ ਬਾਰੇ ਗਲਤ ਸੋਚੀ ਜਾਂਦਾ। ਲੱਖ ਕੂੜੀਆਂ, ਲੱਖ ਵਾਰ ਝੂਠ ਬੋਲਣ ਦੀ ਆਦਤ, ਲੱਖ ਗਾਲ, ਜ਼ੁਬਾਨੀ ਕਲਾਮੀ ਮੰਦਾ ਬੋਲਣ ਦੀ ਵਾਦੀ ਆਦਤ ਦੇ ਵਿੱਚ, ਗਿਣਤੀ ਨਹੀਂ ਕਦੀ ਇਸ ਚੀਜ਼ ਦੇ ਬਾਰੇ। ਲੱਖ ਕੂੜੀਆਂ, ਲੱਖ ਗਾਲ, ਲੱਖ ਠੱਗੀਆਂ ਪਹਿਨਾਮੀਆਂ, ਰਾਤ ਦਿਨ ਸਜੀ ਨਾਲ, ਦਿਨ ਰਾਤ ਲੋਕਾਂ ਦੇ ਨਾਲ ਧੋਖੇ ਵੀ ਕਰੀ ਜਾਂਦਾ, ਠੱਗੀਆਂ ਵੀ ਮਾਰੀ ਜਾਂਦਾ। ਲੱਖ ਠੱਗੀਆਂ ਪਹਿਨਾਮੀਆਂ, ਕਿੰਨੀਆਂ ਠੱਗੀਆਂ ਵੱਜਦੀਆਂ ਨੇ ਸਾਡੇ ਲੋਕਾਂ ਦੇ ਨਾਲ, ਤੇ ਇਹਨਾਂ ਦੇ ਵਿੱਚੋਂ ਠੱਗੀਆਂ ਮਾਰਨ ਵਾਲੇ ਲੋਕ ਉਹ ਥੋੜਾ ਹੁੰਦੇ ਨੇ ਜਿਹੜੇ ਇਹ ਕਹਿੰਦੇ ਸੀ ਧਾਰਮਿਕ ਹੀ ਨਹੀਂ, ਉਹ ਤੇ ਗੱਲ ਤੇ ਰੱਬ ਦੀ ਸਹੁੰ ਖਾ ਲੈਂਦੇ ਨੇ ਵੀ ਸਹੁੰ ਲੱਗੇ ਰੱਬ ਦੀ, ਤੇ ਬਸ ਰੱਬ ਦੀ ਸਹੁੰ ਖਾ ਕੇ ਮਾਰ ਦਿੰਦੇ ਨੇ। ਮਹਾਰਾਜ ਕਹਿੰਦੇ ਨੇ ਲੱਖ ਠੱਗੀਆਂ ਪਹਿਨਾਮੀਆਂ, ਰਾਤ ਦਿਨ ਸਜੀ ਨਾਲ, ਦਿਨ ਰਾਤ ਦਾ ਕੋਈ ਫਰਕ ਨਹੀਂ। ਜਿਹੜੇ ਲੁੱਟਣ ਲੱਗ ਪਏ ਉਹਨਾਂ ਨੂੰ ਦਿਨ ਰਾਤ ਦੇ ਨਾਲ ਕੀ ਲੱਗੇ? ਰਾਤ ਦਿਨ ਸਜੀ ਨਾਲ। ਤੇ ਕਹਿੰਦੇ ਵੇਖੋ ਤੱਗ ਕਪਾਹੋਂ ਕੱਤੀ ਹੈ, ਬਾਹਮਣ ਵੱਟੇ ਆਏ। ਕਪਾਹ ਦਾ ਧਾਗਾ ਤਿਆਰ ਹੋ ਰਿਹਾ ਹੈ ਤੇ ਉਹਨੂੰ ਵੱਟਦਾ ਕੌਣ ਹੈ? ਤਿਆਰ ਕੌਣ ਕਰਦਾ ਹੈ? ਬ੍ਰਾਹਮਣ ਤਿਆਰ ਕਰਦਾ ਹੈ। ਕੋਹ ਬੱਕਰਾ ਰਿਨ ਖਾਇਆ, ਸਭ ਕੋ ਆਖੈ ਪਾਏ। ਇਹ ਮੈਂ ਆਪ ਜੀ ਦੇ ਅੱਗੇ ਬੇਨਤੀ ਰੱਖਦੇ ਵਾਂ, ਆ ਹੁਣੀ ਲੋਕ ਇਸ ਪਾਸੇ ਦੇ ਸਮਾਗਮਾਂ ਦੇ ਉੱਤੇ ਇੰਨੇ ਨੱਕ ਘੁੱਟਣ ਲੱਗ ਪਏ ਨੇ
ਜਦੋਂ ਅਸੀਂ ਪਿੱਛੇ ਪੜ੍ਹ ਕੇ ਵੇਖਾਂਗੇ ਤੇ ਆ ਵੇਖੋ, ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨਾਲੇ ਸਮਾਗਮ ਕੀਤਾ ਜਾਂਦਾ, ਨਾਲੇ ਰਿਸ਼ਤੇਦਾਰ ਸੱਦੇ ਜਾਂਦੇ ਨੇ, ਨਾਲੇ ਜਾਨਵਰਾਂ ਨੂੰ ਮਾਰਿਆ ਜਾਂਦਾ। ਸੁਭਾਵਿਕ ਜੀ ਗੱਲ ਸੀ ਵੀ ਰਿਸ਼ਤੇਦਾਰ ਸੱਦਣੇ ਨੇ ਤੇ ਨਾਰਾਜ਼ ਥੋੜਾ ਕਰਕੇ ਘੱਲਣੇ ਨੇ। ਤੁਸੀਂ ਵੇਖਦੇ ਹੀ ਹੁੰਦੇ ਵੀ ਰਿਸ਼ਤੇਦਾਰ ਆ, ਇਹਨਾਂ ਨੂੰ ਕੋਈ ਖਵਾਇਆ ਪਿਆ ਹੀ ਨਹੀਂ। ਕੋਹ ਬੱਕਰਾ ਰਿਨ ਖਾਇਆ, ਮਤਲਬ ਜਾਨਵਰ ਦੀ ਹੱਤਿਆ ਵੀ ਕੀਤੀ ਗਈ ਹੈ। ਇੱਥੇ ਮਸਲਾ ਇਹ ਨਹੀਂ ਵੀ ਜਾਨਵਰ ਦੀ ਹੱਤਿਆ ਕਰਨੀ ਚਾਹੀਦੀ ਕਿ ਨਹੀਂ ਕਰਨੀ ਚਾਹੀਦੀ। ਮਹਾਰਾਜ ਕਹਿੰਦੇ ਕਿੱਡਾ ਵੱਡਾ ਸਮਾਗਮ ਕਰਦੇ ਪਏ ਨੇ, ਕੋਹ ਬੱਕਰਾ ਰਿਨ ਖਾਇਆ ਸਭ ਕੋ ਆਖੈ ਪਾਏ। ਬਸ ਸਮਾਗਮ ਹੋ ਗਿਆ, ਰਿਸ਼ਤੇਦਾਰ ਰੋਟੀ ਖਾ ਕੇ ਮੁੜ ਗਏ, ਜਿੰਨੇ ਪਾਉਣਾ ਸੀ ਉਹ ਜਨੇਊ ਪਾ ਕੇ ਮੁੜ ਗਿਆ। ਤੇ ਕੀ ਹੋ ਗਿਆ ਜੀ, ਫਲਾਣੇ ਦੇ ਬੰਦੇ ਨੇ ਜਨੇਊ ਪਾ ਲਿਆ, ਗੱਲ ਖਤਮ ਹੋ ਗਈ। ਸਭ ਕੋ ਆਖੈ ਪਾਏ। ਫਿਰ ਹੋਏ ਪੁਰਾਣਾ, ਜਦੋਂ ਕੁਝ ਸਾਲਾਂ ਬਾਅਦ ਪੁਰਾਣਾ ਹੋ ਗਿਆ, ਸੁੱਟੀ ਹੈ ਉਹ, ਫਿਰ ਉਹਨੂੰ ਕੀ ਕਰਦੇ ਨੇ, ਅੱਗ ਦੇ ਵਿੱਚ ਸਾੜ ਦਿੱਤਾ ਜਾਂ ਕਿਤੇ ਪਰੇ ਰੱਖ ਦਿੱਤਾ। ਹੋਏ ਪੁਰਾਣਾ ਸੁੱਟੀ ਆ, ਭੀ ਫਿਰ ਪਾਈ ਆ ਹੋਰ, ਫਿਰ ਨਵਾਂ ਲੱਭ ਲਿਆ ਵੀ ਹੁਣ ਨਵਾਂ ਪਾ ਲਿਆ ਜਾਵੇ। ਪਰ ਗੁਰੂ ਸਾਹਿਬ ਕਹਿੰਦੇ ਨੇ ਨਾਨਕ ਤੱਗ ਨਾ ਟੁੱਟਈ। ਇਹ ਤੇ ਬਾਹਰ ਦੇ ਚਿੰਨ੍ਹ ਨੇ, ਜਿੱਦਾਂ ਅਸੀਂ ਕੱਪੜੇ ਬਦਲਦੇ ਹਾਂ ਇਦਾਂ ਇਹ ਬਦਲਦੇ ਰਹਿਣਗੇ, ਇਦਾਂ ਬਦਲਦੇ ਰਹਿਣਗੇ। ਪਰ ਜੇਕਰ ਸਾਡਾ ਸੁਭਾਅ ਚੰਗਾ ਹੈ ਤੇ ਫਿਰ ਵੇਖੋ, ਮਹਾਰਾਜ ਕਹਿੰਦੇ ਸਾਡਾ ਸੁਭਾਅ ਕੱਪੜਿਆਂ ਵਰਗਾ ਥੋੜਾ, ਸਾਡਾ ਵੀ ਅੱਜ ਕੱਪੜਾ ਪਰੇ ਕੀਤਾ ਤੇ ਨਾਲੇ ਸੁਭਾਅ ਵੀ ਸਾਡਾ ਪਰੇ ਚਲਾ ਗਿਆ। ਸੁਭਾਅ ਨਹੀਂ ਬਦਲਦਾ ਨਾ, ਇਸ ਕਰਕੇ ਦਇਆ ਸੁਭਾਅ ਦੇ ਵਿੱਚ ਹੋਵੇ, ਇਸ ਕਰਕੇ ਸੰਤੋਖ ਸੁਭਾਅ ਦੇ ਵਿੱਚ ਹੋਵੇ। ਫਿਰ ਪਾਇਆ ਹੋਇਆ ਜਨੇਊ ਵੀ ਕਿੰਨਾ ਸੋਹਣਾ ਲੱਗੇ, ਫਿਰ ਪਾਇਆ ਹੋਇਆ ਜਿਹੜਾ ਧਾਰਮਿਕ ਚਿੰਨ੍ਹ ਹੈ ਉਹ ਵੀ ਸੋਹਣਾ ਲੱਗੇ, ਟਿੱਕਾ ਲਾਇਆ ਵੀ ਸੋਹਣਾ ਲੱਗੇ। ਇਹਨੂੰ ਤੇ ਮਹਾਰਾਜ ਕਹਿੰਦੇ ਨੇ ਵੀ ਚੌਹਾਂ ਵਰਨਾ ਕੋ ਦੇ ਉਪਦੇਸ਼, ਨਾਨਕ ਉਸ ਪੰਡਿਤ ਕੋ ਸਦਾ ਆਦੇਸ਼। ਵੀ ਉਸ ਪੰਡਿਤ ਨੂੰ ਨਮਸਕਾਰ ਹੈ ਜਿਹੜਾ ਚੌਹਾਂ ਵਰਨਾ ਨੂੰ ਉਪਦੇਸ਼ ਦਿੰਦਾ। ਹੁਣ ਇਹਦਾ ਮਤਲਬ ਹੈ ਵੀ ਉਸ ਪੰਡਿਤ ਨੇ ਘੱਟੋ ਘੱਟ ਜਨੇਊ ਤੇ ਪਾਇਆ ਹੋਊ ਨਾ। ਮਹਾਰਾਜ ਕਹਿੰਦੇ ਵੀ ਤੈਨੂੰ ਵੀ ਨਮਸਕਾਰ ਹੈ ਜੇ ਤੂੰ ਚੰਗੇ ਕੰਮ ਕਰਦਾ, ਪਰ ਨਾਲ ਜੇ ਤੂੰ ਸਿਰਫ ਐਵੇਂ ਉਹੀ ਗੱਲ ਵੀ ਪੈਸੇ ਵਾਲੇ ਪਾਸੇ ਤੁਰਿਆ ਪਿਆ ਹਾਂ, ਤੇ ਫਿਰ ਗੁਰੂ ਸਾਹਿਬ ਕਹਿੰਦੇ ਵੀ ਸਮਝ ਲਓ ਵੀ ਇਹ ਚੀਜ਼ਾਂ ਨਾਲ ਨਹੀਂ ਜੇ ਨਿਭਦੀਆਂ। ਨਾਨਕ ਤੱਗ ਨਾ ਟੁੱਟਈ, ਜੇ ਤੱਗ ਹੋਵੇ ਜ਼ੋਰ। ਜੇਕਰ ਤੱਗ ਦੇ ਵਿੱਚ ਜ਼ੋਰ ਹੈ, ਮਤਲਬ ਆਪਣੇ ਅੰਦਰ ਵਾਲੇ ਆਚਰਣ ਦੇ ਵਿੱਚ ਤਾਕਤ ਹੈ, ਤੇ ਫਿਰ ਇਹੋ ਜਿਹਾ ਜਿਹੜਾ ਤਾਗਾ ਹੈ ਉਹ ਕਦੀ ਵੀ ਖਤਮ ਨਹੀਂ ਹੁੰਦਾ। ਫਿਰ ਸਤਿਗੁਰੂ ਅੱਗੇ ਬਖਸ਼ਿਸ਼ ਕਰਦੇ ਨੇ। ਮਹਾਰਾਜ ਕਹਿੰਦੇ ਨੇ ਮਹਿਲਾ ਪਹਿਲਾ ਨਾਏ ਮੰਨਿਆ ਪਤ ਉਪਜੈ। ਨਾਮ ਨੂੰ ਮੰਨ ਕੇ ਤੇ ਅੰਦਰ ਜਿਹੜਾ ਆਚਰਣ ਹੈ ਨਾ, ਰੱਬ ਦੇ ਘਰ ਦੇ ਵਿੱਚ ਇੱਜ਼ਤ ਮਿਲਦੀ ਹੈ। ਨਾਏ ਮੰਨਿਆ ਪਤ ਉਪਜੈ, ਸਾਲਾਹੀ ਸੱਚ ਸੂਤ। ਰੱਬ ਨੂੰ ਸਲਾਉਣਾ ਹੀ ਸਭ ਤੋਂ ਉੱਤਮ ਧਾਗਾ ਹੈ। ਮੈਂ ਆਪ ਜੀ ਦੇ ਅੱਗੇ ਬੇਨਤੀ ਕਰ ਦੇਵਾਂ ਕਿ ਮੰਨ ਲਓ ਮੈਂ ਕਕਾਰ ਪਾਏ ਹੋਣ, ਪਰ ਨਿਤਨੇਮ ਕਦੀ ਕੀਤਾ ਹੀ ਨਾ ਹੋਵੇ। ਕਿਸੇ ਪੰਡਿਤ ਨੇ ਕੋਈ ਜਨੇਊ ਪਾਇਆ ਹੋਵੇ, ਪਰ ਕਦੀ ਮੰਦਰ ਦੇ ਲਾਗੋਂ ਦੀ ਵੀ ਨਾ ਨਿਕਲਿਆ ਹੋਵੇ, ਤੇ ਕੀ ਕਰਾਂਗੇ ਇਹੋ ਜਿਹੀ ਧਾਰਮਿਕਤਾ ਨੂੰ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਭਾਈ ਸਭ ਤੋਂ ਉੱਤਮ ਜਨੇਊ ਕਿਹੜਾ ਹੈ, ਸਾਲਾਹੀ ਸੱਚ ਸੂਤ। ਰੱਬ ਨੂੰ ਸਲਾਉਣਾ ਉਹ ਸੁਭਾਅ ਦੇ ਵਿੱਚ ਹੋਣਾ ਹੈ। ਸਾਲਾਹੀ ਸੱਚ ਸੂਤ ਦਰਗਾਹ ਅੰਦਰ ਪਾਈ ਹੈ। ਰੱਬ ਦੇ ਘਰ ਦੇ ਵਿੱਚ ਇਹੋ ਜਿਹਾ ਜਨੇਊ ਜੇਕਰ ਪਾਇਆ ਜਾਵੇ ਤੇ ਮਹਾਰਾਜ ਕਹਿੰਦੇ ਨੇ ਮਾਣ ਪ੍ਰਾਪਤ ਹੁੰਦਾ ਹੈ। ਦਰਗਾਹ ਅੰਦਰ ਪਾਈ ਹੈ ਤੱਗ ਨਾ ਟੁੱਟ ਸਪੂਤ। ਇਹ ਜਿਹੜਾ ਪਵਿੱਤਰ ਜਨੇਊ ਹੈ ਨਾ, ਇਹ ਕਦੀ ਨਹੀਂ ਟੁੱਟਦਾ। ਮਤਲਬ ਕੀ ਹੈ, ਵੇਖੋ ਫਿਰ ਮੇਨ ਗੱਲ ਇਹ ਹੈ ਵੀ ਜਿਹੜੇ ਅਸੀਂ ਬਾਹਰ ਦੇ ਚਿੰਨ੍ਹ ਪਾਵਾਂਗੇ ਉਹ ਸਾਨੂੰ ਬਦਲਣੇ ਪੈਣਗੇ ਸਮੇਂ ਦੇ ਨਾਲ। ਅੱਜ ਪੁਰਾਣਾ ਹੋ ਗਿਆ ਹੈ, ਟੁੱਟ ਗਿਆ ਹੈ, ਕਿਸੇ ਕਾਰਨ ਦੇ ਕਰਕੇ ਬਦਲਣਾ ਪੈ ਗਿਆ। ਪਰ ਦੂਸਰੇ ਪਾਸੇ ਜਿਹੜਾ ਸਾਡਾ ਸੁਭਾਅ ਹੈ, ਇਹ ਥੋੜਾ ਵੀ ਮੈਂ ਇੱਕ ਚੀਜ਼ ਜਿਹੜੀ ਹੈ ਉਹ ਚਿੰਨ੍ਹ ਪਾਇਆ ਹੋਇਆ ਸੀ ਤੇ ਉਤਾਰ ਦਿੱਤਾ ਤੇ ਮੇਰਾ ਸੁਭਾਅ ਵੀ ਬਦਲ ਗਿਆ। ਸੁਭਾਅ ਨਹੀਂ ਕਦੇ ਬਦਲਦਾ। ਇਸ ਕਰਕੇ ਮਹਾਰਾਜ ਕਹਿੰਦੇ ਜ਼ਿਆਦਾ ਧਿਆਨ ਸੁਭਾਅ ਵੱਲ ਦਿਓ ਵੀ ਤੁਹਾਡੇ ਸੁਭਾਅ 'ਚ ਕਿੰਨੀ ਕੁ ਬੰਦਗੀ ਹੈ। ਤੱਗ ਨਾ ਟੁੱਟ ਸਪੂਤ। ਅਗਲੀ ਗੱਲ ਮਹਿਲਾ ਪਹਿਲਾ ਤੱਗ ਨਾ ਇੰਦਰੀ। ਕਹਿੰਦੇ ਜਿਹੜਾ ਜਨੇਊ ਪਾਉਣ ਆਉਂਦਾ ਉਹਦਾ ਹਾਲ ਵੇਖ ਲਓ। ਤੱਗ ਨਾ ਨਾਰੀ। ਉਹਦੀਆਂ ਇੰਦਰੀਆਂ ਦੇ ਉੱਤੇ ਆਪਣਾ ਕੰਟਰੋਲ ਨਹੀਂ ਹੈ, ਉਹਦੀਆਂ ਨਾੜੀਆਂ ਦੇ ਉੱਤੇ ਆਪਣਾ ਕੰਟਰੋਲ ਨਹੀਂ ਹੈ। ਭਲਕੇ ਥੁੱਕ ਪਵੈ ਨਿਤ ਦਾੜੀ। ਮਾਫ ਕਰਨਾ, ਬੜਾ ਕਰੜਾ ਜਿਹਾ ਸ਼ਬਦ ਹੈ। ਕਿਸੇ ਦੇ ਮੂੰਹ ਦੇ ਉੱਤੇ ਥੁੱਕਿਆ ਜਾਵੇ ਕਿੰਨਾ ਬੁਰਾ ਲੱਗਦਾ। ਸਤਿਗੁਰੂ ਕਹਿੰਦੇ ਨੇ ਵੇਖੋ ਲੋਕਾਂ ਦੀਆਂ ਕਿੰਨੀਆਂ ਗੱਲਾਂ ਸੁਣਦਾ। ਸਾਡੀ ਲਾਈਨ ਦੀ ਆਪਾਂ ਗੱਲ ਕਰ ਲਈਏ ਨਾ, ਵੇਖੋ ਲੋਕ 2 ਮਿੰਟ ਨਹੀਂ ਲਾਉਂਦੇ ਗੱਲ ਕਰ ਜਾਣ ਲੱਗਿਆ। ਕਿੰਨੇ ਚੁਟਕਲੇ, ਮਾਫ ਕਰਨਾ, ਬਣਾਉਣੇ ਨਹੀਂ ਚਾਹੀਦੇ। ਮੈਂ ਪਰਸੋਂ ਥੋੜ੍ਹਾ ਚੌਥੀ ਇਸ ਗੱਲ ਨੂੰ ਬੋਲਿਆ ਸੀ। ਕਿੰਨੇ ਚੁਟਕਲੇ ਪੰਡਤਾਂ ਦੇ ਉੱਤੇ ਬਣੇ ਹੋਏ ਨੇ, ਬਣਨੇ ਨਹੀਂ ਸੀ ਚਾਹੀਦੇ। ਪਰ ਵੇਖੋ ਕਿੰਨੇ ਲੋਕ ਮਜ਼ਾਕ ਕਰਦੇ ਨੇ ਖਾਣ ਪੀਣ ਨੂੰ ਮੁੱਖ ਰੱਖ ਕੇ ਹੋਏ। ਕਿੰਨੀਆਂ ਗੱਲਾਂ ਅਸੀਂ ਹੱਸਦੇ ਹਾਂ ਇਹਨਾਂ ਗੱਲਾਂ ਨੂੰ ਸੁਣ ਕੇ। ਇਕੱਲੇ ਪੰਡਤਾਂ ਤੇ ਨਹੀਂ ਬਣੇ, ਸਾਰਿਆਂ ਦੇ ਉੱਤੇ ਬਣੇ ਨੇ, ਭਾਈਆਂ ਤੇ ਵੀ ਉਨੇ ਹੀ ਬਣੇ ਹੋਏ ਨੇ। ਇਕੱਲੇ ਪੰਡਤਾਂ ਦੀ ਗੱਲ ਕਿਉਂ ਕਰੀਏ। ਹੁਣ ਉਹਦਾ ਮਤਲਬ ਕੀ ਹੁੰਦਾ ਵੀ ਸਮਝ ਲਓ ਵੀ ਜਿਹੜਾ ਬੰਦਾ ਤੁਰਦੇ ਜਾਂਦੇ ਨੂੰ ਮਜ਼ਾਕ ਕਰੀ ਜਾ ਰਿਹਾ, ਉਹ ਕੀ ਕਰਦਾ ਪਿਆ ਹੈ, ਸਮਝ ਲਓ ਉਹਦੀ ਬੇਇੱਜ਼ਤੀ ਕਰਦਾ ਪਿਆ ਹੈ, ਉਹਨੂੰ
ਇੱਕ ਹਿਸਾਬ ਦਾ ਇਹਨੂੰ ਇਦਾਂ ਕਹਿ ਸਕਦੇ ਵੀ ਮੂੰਹ ਤੇ ਥੁੱਕਦਾ ਹੀ ਪਿਆ ਹੈ, ਕਿਉਂਕਿ ਇਹਦੀ ਇੱਜ਼ਤ ਤੇ ਕਰਦਾ ਨਹੀਂ ਪਿਆ। ਹਾਲਾਂਕਿ ਕੁਝ ਬੰਦੇ ਇਦਾਂ ਦੇ ਰਿਸਪੈਕਟਡ ਹੁੰਦੇ ਨੇ, ਮਹਾਰਾਜ ਜੀ ਜਦੋਂ ਨਿਕਲਦੇ ਨੇ ਨਾ ਤੇ ਲੋਕ ਖੜੇ ਹੋ ਜਾਂਦੇ ਨੇ ਵੀ ਇਹ ਨਿਕਲਦਾ ਪਿਆ ਹੈ। ਉਹ ਵੀ ਤਾਂ ਧਾਰਮਿਕ ਬੰਦਾ ਹੀ ਹੁੰਦਾ, ਉਹ ਵੀ ਧਾਰਮਿਕ ਬੰਦਾ ਹੁੰਦਾ, ਤੇ ਉਹ ਵੀ ਧਾਰਮਿਕ ਹੁੰਦਾ ਵਿਚਾਰਾ, ਕੱਪੜੇ ਤੇ ਪਾ ਲੈਂਦਾ, ਉਹ ਨਿਕਲ ਜਾਂਦਾ, ਲੋਕੀ ਪਿੱਛੋਂ ਗੱਲਾਂ ਕਰਦੇ ਰਹਿੰਦੇ ਵੀ ਇਹ ਖਾਣ ਹੀ ਚੱਲੇ ਹੋਣੇ ਕਿਤੇ। ਇਸ ਕਰਕੇ ਸਤਿਗੁਰੂ ਕਹਿੰਦੇ ਭਲਕੇ ਥੁੱਕ ਪਵੈ ਨਿਤ ਦਾੜੀ, ਵੀ ਆਪਣਾ ਇੰਨੀ ਜ਼ਿਆਦਾ ਭੁੱਖ ਵਧਾ ਲਈਏ ਤੇ ਲੋਕਾਂ ਨੇ ਤਾਂ ਫਿਰ ਗੱਲਾਂ ਹੀ ਕਰਨੀਆਂ ਨੇ। ਭਲਕੇ ਥੁੱਕ ਪਵੈ ਨਿਤ ਦਾੜੀ, ਤੱਗ ਨਾ ਪੈਰੀ ਤੱਗ ਨਾ ਹੱਥੀ, ਨਾ ਪੈਰਾਂ ਤੇ ਕੰਟਰੋਲ ਨਾ ਹੱਥਾਂ ਤੇ ਕੰਟਰੋਲ, ਤੱਗ ਨਾ ਜਿਹਵਾ ਨਾ ਬੋਲਣ ਤੇ ਕੰਟਰੋਲ। ਤੱਗ ਦਾ ਮਤਲਬ ਧਾਗਾ, ਇੱਥੇ ਹੁਣ ਅਰਥ ਆ ਗਿਆ ਕੰਟਰੋਲ। ਤੱਗ ਨਾ ਜਿਹਵਾ ਤੱਗ ਨਾ ਅੱਖੀ, ਨਾ ਵੇਖਣ ਤੇ ਕੰਟਰੋਲ ਵੀ ਕਿੱਧਰ ਨੂੰ ਵੇਖਦਾ ਪਿਆ। ਤੱਗ ਨਾ ਜਿਹਵਾ ਤੱਗ ਨਾ ਅੱਖੀ, ਵੇ ਤੱਗਾ ਆਪੇ ਵਤੈ, ਆਪ ਤੇ ਸਮਝ ਲਓ ਵੀ ਧਾਗਾ ਪਾ ਕੇ ਵੀ ਬੇਤੱਗਾ ਹੋ ਕੇ ਵਰਤਦਾ ਪਿਆ ਹੈ। ਆਪ ਕੋਈ ਕੰਟਰੋਲ ਨਹੀਂ ਆ, ਦੂਜੇ ਨੂੰ ਕਹਿੰਦਾ ਕੰਟਰੋਲ ਆ ਜਾਵੇਗਾ। ਵੇ ਤੱਗਾ ਆਪੇ ਵਤੈ, ਵਟ ਧਾਗੇ ਅਵਰਾ ਕੱਤੈ, ਆਪ ਆਪਣੀ ਮਰਜ਼ੀ ਨਾਲ ਤੁਰਿਆ ਫਿਰਦਾ ਤਾਂ ਦੂਜਿਆਂ ਨੂੰ ਕੀ ਕਹਿੰਦਾ ਹੈ ਵੀ ਤੁਸੀਂ ਇਹਨੂੰ ਪਾਓ, ਤੁਸੀਂ ਧਾਰਮਿਕ ਹੋ ਜਾਵੋਗੇ। ਵੇ ਤੱਗਾ ਆਪੇ ਵਤੈ, ਵਟ ਧਾਗੇ ਅਵਰਾ ਕੱਤੈ, ਲੈ ਭਾੜ ਕਰੇ ਵੀ ਆਹ। ਸਭ ਤੋਂ ਵੱਡੀ ਪ੍ਰੋਬਲਮ, ਮਰਦ ਕਹਿੰਦੇ ਪੈਸੇ ਲੈ ਲੈ ਕੇ ਵਿਆਹ ਕਰਦਾ ਹੈ। ਤੁਸੀਂ ਹੈਰਾਨ ਹੋ ਜਾਓਗੇ, ਸਾਡੇ ਦੇਸ਼ ਦੇ ਵਿੱਚ ਅਜੇ ਵੀ ਵੈਸੇ ਅਜੇ ਵੀ ਹੁੰਦੇ ਨੇ, ਮੁੱਲ ਦੇ ਵਿਆਹ ਹੁੰਦੇ ਨੇ, ਬੀਬੀਆਂ ਦਾ ਮੁੱਲ ਪਾਇਆ ਜਾਂਦਾ ਹੈ। ਔਰ ਫਿਰ ਇੱਕ ਤੇ ਇਹ ਹੁੰਦਾ ਹੈ, ਇੱਕ ਇਹ ਮੁੱਲ ਦਾ ਵਿਆਹ ਹੁੰਦਾ ਹੈ, ਇੱਕ ਹੁੰਦਾ ਹੈ ਕਿ ਅਸਲ ਦੇ ਵਿੱਚ ਸਾਡੇ ਕਲਚਰ ਦੇ ਵਿੱਚ ਨਾ 2-4 ਮਿੰਟ ਆਪ ਜੀ ਦੇ ਅੱਗੇ ਲਵਾਂਗਾ ਬਸ, ਕਿਉਂਕਿ ਸ਼ਲੋਕ ਦੇ ਨਾਲ ਇੱਕ ਪੌੜੀ ਹੋਰ ਹੈ ਜਿਸ ਅਸੀਂ ਕੋਸ਼ਿਸ਼ ਕਰਾਂਗੇ ਇਹਨੂੰ ਸਮਾਪਤ ਕਰਨ ਦੀ। ਜਦੋਂ ਸਾਡੇ ਅਜੇ ਵੀ ਕੁਝ ਬਾਬੇ ਹੋਣ ਨਾ, ਤੇ ਸਾਨੂੰ ਸਾਡੇ ਪਿੰਡ ਦੀ ਜਾਂ ਸਾਡੇ ਸ਼ਹਿਰ ਦੀ ਜਾਂ ਸਾਡੇ ਨੇੜੇ ਦੀ ਕੋਈ ਬੱਚੀ ਦੂਸਰੇ ਥਾਂ ਦੇ ਉੱਤੇ ਕਿਤੇ ਅਸੀਂ ਗਏ ਹੋ ਤੇ ਉੱਥੇ ਵਿਆਹੀ ਹੋਈ ਮਿਲ ਜਾਵੇ ਨਾ, ਤੇ ਅਸੀਂ ਪਤਾ ਕੀ ਕਹਿੰਦੇ ਆ ਵੀ ਚੱਲ ਤੂੰ ਸਾਡੀ ਧੀ ਹੈ, ਤੂੰ ਸਾਡੀ ਬੱਚੀ ਹੈ, ਤੂੰ ਸਾਡੀ ਭੈਣ ਹੈ। ਤੇ ਅਸੀਂ ਆਉਣ ਲੱਗਿਆ ਕੀ ਕਰਦੇ ਹਾਂ, ਕੁਝ ਸ਼ਗਨ ਦੇ ਰੂਪ ਦੇ ਵਿੱਚ ਉਹਨੂੰ ਪੈਸੇ ਦੇ ਕੇ ਆਉਂਦੇ। ਮੈਨੂੰ ਨਹੀਂ ਪਤਾ ਇੱਥੇ ਕਲਚਰ ਹੋਵੇ ਕਿ ਨਾ, ਪਰ ਸਾਡੇ ਤੇ ਹੈ ਵੀ ਉਹ ਕੀ ਹੁੰਦਾ ਵੀ ਬੱਚੀ ਜਿਹੜੀ ਹੈ ਨਾ ਸਾਡੀ ਸਾਰਿਆਂ ਦੀ ਸਾਂਝੀ ਬੱਚੀ ਹੈ। ਹੁਣ ਉਸੇ ਹੀ ਥਾਂ ਦੇ ਉੱਤੇ ਮੈਂ ਰਹਿ ਰਿਹਾ, ਤੇ ਜਦੋਂ ਮੈਂ ਉਸ ਬੱਚੀ ਦੇ ਵਿਆਹ ਦੇ ਕਿਸੇ ਦੇ ਕੋਲੋਂ ਪੈਸੇ ਮੰਗਾਂਗਾ ਤਾਂ ਮੈਨੂੰ ਸ਼ਰਮ ਤੇ ਨਹੀਂ ਮਰ ਜਾਣਾ ਚਾਹੀਦਾ? ਮੈਂ ਰਹਿ ਰਿਹਾ ਹਾਂ ਉੱਥੇ, ਮੈਂ ਉਹਨਾਂ ਲੋਕਾਂ ਦਾ ਦਿੱਤਾ ਖਾ ਰਿਹਾ ਹੋਇਆ। ਇਸ ਕਰਕੇ ਮਾਫ ਕਰਨਾ, ਆਨੰਦ ਕਾਰਜ ਕਰਾਉਂਦੇ ਹਾਂ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਕਹਿੰਦਾ ਹਾਂ, ਮਹਾਰਾਜ ਨੇ ਇੰਨਾ ਮਾਣ ਦਿੱਤਾ ਹੈ, ਕਦੀ ਕਿਸੇ ਦੇ ਕੋਲੋਂ ਨਾ ਤੇ ਮੰਗੇ ਆ ਤੇ ਨਾ ਕਦੀ ਕਿਸੇ ਕੋਲੋਂ ਮੰਗਣੇ ਪਏ ਨੇ। ਤੁਹਾਡੇ ਵਿੱਚੋਂ ਬਹੁਤਿਆਂ ਦੇ ਘਰਾਂ ਦੇ ਵਿੱਚ ਅਸੀਂ ਹੋ ਕੇ ਵੀ ਆਏ ਹਾਂ ਤੇ ਹੋ ਕੇ ਵੀ ਜਾਂਦੇ ਹਾਂ। ਮਹਾਰਾਜ ਦੀ ਬਖਸ਼ਿਸ਼ ਹੈ, ਕਦੀ ਕਿਸੇ ਚੀਜ਼ ਦਾ ਘਾਟਾ ਹੀ ਨਹੀਂ ਹੋਣ ਦਿੱਤਾ। ਪਰ ਜਿਸ ਬੰਦੇ ਨੇ ਸਮਝ ਲਓ ਇਸ ਚੀਜ਼ ਦਾ ਕਿ ਜਦੋਂ ਉਹ ਬੱਚੀ ਉੱਥੇ ਬੈਠੀ ਹੋਈ ਹੈ ਤੇ ਉਹਦੇ ਕੋਲੋਂ ਪੈਸਾ, ਹੁਣ ਤੇ ਚਲੋ ਲੋਕਾਂ ਦੇ ਕੋਲ ਪੈਸੇ ਹੈ ਨੇ, ਪਹਿਲਾਂ ਤੇ ਸਿੱਧੀ ਜੀ ਗੱਲ ਹੈ ਵੀ ਜਿਹਨੇ ਆਪਣੀ ਬੱਚੀ ਵਿਆਹਣੀ ਹੁੰਦੀ ਸੀ ਉਹਨੇ ਰਿਸ਼ਤੇਦਾਰ ਵੀ ਤੇ ਰਜਾਉਣੇ ਹੁੰਦੇ ਸੀ, ਤੇ ਕੁੜੀ ਵਾਲੇ ਨੂੰ ਕਿੰਨੀ ਟੈਨਸ਼ਨ ਹੁੰਦੀ ਹੈ ਵੀ ਰਿਸ਼ਤੇਦਾਰ ਸੌਖੇ ਹੋ ਕੇ ਮੁੜ ਜਾਣ, ਜਿਹੜੀ ਬਰਾਤ ਆਉਣੀ ਹੈ ਉਹ ਚੰਗੀ ਵਾਪਸ ਮੁੜ ਜਾਵੇ, ਕਿਤੇ ਨਾਰਾਜ਼ ਨਾ ਹੋ ਜਾਵੇ, ਕਿਉਂਕਿ ਪਤਾ ਵੀ ਕੁੜੀ ਵਸਾਉਣੀ ਅੱਗੇ ਜਾ ਕੇ। ਤੇ ਸੋਚੋ ਉਹਨਾਂ ਥਾਵਾਂ ਦੇ ਉੱਤੇ ਉਹ ਕਵੇ ਵੀ ਨਹੀਂ ਮੈਨੂੰ ਤੇ ਪੈਸੇ ਚਾਹੀਦੇ ਹੀ ਚਾਹੀਦੇ ਆ। ਚੰਗੇ ਵੀ ਹੁੰਦੇ ਸੀ ਸਾਰੇ, ਬੁਰੇ ਨਹੀਂ ਸੀ ਹੁੰਦੇ, ਪਰ ਕਈ ਬੜੇ ਇਦਾਂ ਦੇ ਵੀ ਹੁੰਦੇ ਸੀ ਵੀ ਉਹਨਾਂ ਨੂੰ ਮਤਲਬ ਸਾਡੇ ਹੱਕ ਬਣਦਾ, ਲਿਆਓ ਸਾਡੇ ਲਈ ਕੱਢੋ। ਤੇ ਗੁਰੂ ਸਾਹਿਬ ਕਹਿੰਦੇ ਭਾਈ ਉਹ ਤੇਰੀ ਤੇ ਧੀਆਂ ਵਰਗੀ ਹੈ, ਬੱਚੀਆਂ ਵਰਗੀ ਹੈ, ਤੂੰ ਉਹਨਾਂ ਤੇ ਪੈਸੇ ਮੰਗਦਾ ਚੰਗਾ ਲੱਗਦਾ? ਇਹ ਹੁੰਦਾ ਵੀ ਜਦੋਂ ਕਿਸੇ ਬੱਚੇ ਦਾ ਆਨੰਦ ਕਾਰਜ ਹੋ ਰਿਹਾ ਹੈ ਜਾਂ ਕਿਸੇ ਦੂਸਰੇ ਦਾ ਕੋਈ ਵੀ ਵਿਆਹ ਸਮਾਗਮ ਜਿਵੇਂ ਦਾ ਵੀ ਹੋ ਰਿਹਾ ਹੈ, ਜਿਹੜਾ ਵਿਆਹ ਕਰਵਾਉਣ ਵਾਲਾ ਹੈ ਉਹਦੇ ਅੰਦਰ ਦਾ ਸੁਭਾਅ ਕਿਵੇਂ ਦਾ ਹੈ, ਵੀ ਉਹ ਉਹਨੂੰ ਧਾਰਮਿਕ ਸਮਝ ਕੇ ਨਿਭਾਉਂਦਾ ਪਿਆ ਹੈ ਕਿ ਉਹ ਸਮਝ ਕੇ ਨਿਭਾਉਂਦਾ ਪਿਆ ਵੀ ਛੇਤੀ ਜਾਣ ਤੇ ਕੁਝ ਪੈਸੇ ਸਾਡੇ ਪੱਲੇ ਆਉਣ, ਜਾਂ ਜੇ ਨਹੀਂ ਦੇਣਗੇ ਤਾਂ ਮੈਂ ਮੰਗ ਲਵਾਂਗਾ। ਮਹਾਰਾਜ ਕਹਿੰਦੇ ਲੈ ਭਾੜ ਕਰੇ ਵੀ ਆਹ। ਭਾੜ ਦਾ ਮਤਲਬ ਹੁੰਦਾ ਭਾੜਾ, ਕਿਰਾਇਆ, ਮਤਲਬ ਪੈਸੇ ਲੈ ਲੈ ਕੇ ਤੇ ਰਸਮਾਂ ਕਰਾਈ ਜਾਂਦਾ। ਲੈ ਭਾੜ ਕਰੇ ਵੀ ਆਹ, ਕੱਢ ਕਾਗਲ ਦੱਸੇ ਰਾਹ। ਆ ਸਾਡੇ ਵਰਗੇ ਤੁਰੇ ਰਹਿੰਦੇ ਨਾ ਉੱਥੇ ਵੀ ਬਾਬਾ ਜੀ ਪੱਤਰੀ ਖੋਲ ਕੇ ਦੱਸੋ ਵੀ ਹੁਣ ਕਿੱਦਾਂ ਕਰਨਾ। ਮਹਾਰਾਜ ਕਹਿੰਦੇ ਕਾਗਜ਼ ਖੋਲ ਖੋਲ ਕੇ, ਕਾਗਲ ਦਾ ਮਤਲਬ ਕਾਗਜ਼, ਪੱਤਰੀਆਂ ਖੋਲ ਖੋਲ ਕੇ ਤੇ ਲੋਕਾਂ ਨੂੰ ਰਾਹ ਦੱਸਦਾ ਫਿਰਦਾ, ਆਪਣੇ ਵਿਚਾਰੇ ਨੂੰ ਭਾਵੇਂ ਪਤਾ ਹੀ ਨਾ ਹੋਵੇ ਸਵੇਰੇ ਕੀ ਹੋ ਜਾਣਾ। ਕੱਢ ਕਾਗਲ ਦੱਸੇ ਰਾਹ, ਸੁਣ ਵੇਖੋ ਲੋਕਾ ਇਹ ਵਿਡਾਣ। ਮਹਾਰਾਜ ਕਹਿੰਦੇ ਇਹ ਲੋਕੋ ਸੁਣੋ, ਆਹ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਹੈ। ਕਿਹੜੀ ਹੈ? ਮਨ ਅੰਧਾ, ਮਨ ਤੋਂ ਤੇ ਅੰਨਾ ਹੈ। ਕਿ ਕਮਾਲ ਦੀ ਗੱਲ ਹੈ ਨਾ ਵੀ ਦੁਨੀਆ ਉਹਦੇ ਕੋਲੋਂ ਰਸਤਾ ਪੁੱਛਣ ਜਾਂਦੀ ਹੈ ਜਿਹਨੂੰ ਆਪ ਨਹੀਂ ਦਿਸਦਾ ਪਿਆ। ਕੋਈ ਮੇਰੇ ਕੋਲ ਆ ਕੇ ਕਹੇ ਵੀ ਬਾਬਾ ਜੀ ਗਾਂ ਕੀ ਹੋਣਾ, ਬਾਬੇ ਨੂੰ ਆਪ ਨਹੀਂ ਪਤਾ ਬਾਬਾ ਤੁਹਾਨੂੰ ਕੀ ਦੱਸ ਦੇਵੇ। ਪਰ ਪ੍ਰੋਬਲਮ ਹੈ ਦੁਨੀਆ ਨੂੰ ਲੱਗਦਾ ਵੀ ਸ਼ਾਇਦ ਕਾਗਜ਼ ਵੇਖ ਕੇ ਤੇ ਬੰਦਾ ਗਾਂ ਦੱਸ ਦੇਵੇਗਾ। ਇਹ ਵਿਦਿਆ ਹੈ, ਐਸਟਰੋਲੋਜੀ ਪੜ੍ਹਾਈ ਹੈ। ਜ਼ਰੂਰੀ ਨਹੀਂ ਵੀ ਪੰਡਤਾਂ ਦੇ ਕੋਲ ਹੀ ਹੋਵੇ, ਕਈ ਦੂਸਰਿਆਂ ਦੇ ਕੋਲ ਵੀ ਹੁੰਦੀ ਹੈ। ਯੂਨੀਵਰਸਿਟੀ ਦੇ ਵਿੱਚ ਕਈ ਹੁੰਦੇ ਇਹਨਾਂ ਨੂੰ ਗੋਲਡ ਮੈਡਲ ਮਿਲੇ ਨੇ ਇਸ ਪਾਸੇ ਤੋਂ। ਐਸਟਰੋਲੋਜਰ ਹੋ ਜਾਣਾ ਇੱਕ ਪੜ੍ਹਾਈ ਹੈ।
ਇਹਦਾ ਧਾਰਮਿਕ ਵਿਦਿਆ ਦੇ ਨਾਲ ਕੋਈ ਬਹੁਤਾ, ਰੱਬ ਵਾਲੇ ਪਾਸੇ ਦੇ ਨਾਲ ਕੋਈ ਬਹੁਤਾ ਸੰਬੰਧ ਨਹੀਂ ਹੈ। ਉਹ ਗ੍ਰਹਿਾਂ ਨੂੰ ਵੇਖਦੇ ਨੇ, ਤਾਰਿਆਂ ਦੀ ਚਾਲ ਵੇਖਦੇ ਨੇ ਤੇ ਆਪਣਾ ਅੰਦਾਜ਼ਾ ਦੱਸ ਦਿੰਦੇ ਨੇ ਵੀ ਐਦਾਂ ਹੋ ਜਾਣਾ ਚਾਹੀਦਾ ਹੈ। ਪਰ ਇਹਦਾ ਮਤਲਬ ਇਹ ਨਹੀਂ ਵੀ 100% ਉਹ ਵੀ ਸੱਚ ਹੁੰਦੇ ਨੇ। ਅੰਤ ਨੂੰ ਉਹੀ ਹੋਣਾ ਜੋ ਰੱਬ ਨੇ ਕਰਨਾ ਹੈ। ਜੇ ਇਦਾਂ ਸਾਰਾ ਕੁਝ ਹੋਵੇ ਤਾਂ ਦੁਨੀਆ ਨੂੰ ਫਿਊਚਰ ਹੁਣੇ ਨਾ ਪਤਾ ਲੱਗਣ ਲੱਗ ਪਵੇ। ਤੁਹਾਡੇ ਸਾਹਮਣੇ 2020 ਨਿਕਲ ਕੇ ਗਿਆ ਹੈ, ਲੋਕਾਂ ਦੇ ਹਾਲ ਕੀ ਕਰਕੇ ਰੱਖ ਦਿੱਤੇ ਨੇ, ਤੇ ਕਿਸੇ ਨੂੰ ਵੀ ਨਹੀਂ ਸੀ ਪਤਾ ਵੀ ਗਾਂ ਕੀ ਹੋ ਜਾਣਾ। ਕਿੰਨੇ ਪ੍ਰੈਡਿਕਸ਼ਨ ਕੀਤੀ ਸੀ ਇਸ ਚੀਜ਼ ਦੀ? ਲਗਭਗ ਮਾਰਚ ਤੱਕ ਤੇ ਸਾਡੇ ਲੋਕ ਇਹੋ ਸੋਚਦੇ ਪਏ ਸੀ ਨਾ ਵੀ ਚਾਈਨਾ 'ਚ ਬੜਾ ਮਾੜਾ ਹਾਲ ਹੈ। ਅੱਜ ਉਹ ਸਾਡੇ ਇੰਡੀਆ ਦੇ ਵਿੱਚ ਕਰਕੇ ਗਿਆ, ਸਾਨੂੰ ਸਾਰਿਆਂ ਨੂੰ ਪਤਾ। ਮਰਦ ਕਹਿੰਦੇ ਮਨ ਅੰਧਾ, ਉਹ ਭਾਈ ਮਨ ਤੋਂ ਤੇ ਅੰਨਾ ਹੈ, ਪਰ ਨਾਂ ਕੀ ਰੱਖ ਲਿਆ ਹੈ? ਨਾਉ ਸੁਜਾਨ, ਨਾ ਸਿਆਣਾ ਰੱਖ ਲਿਆ ਹੈ। ਹੁਣ ਇਹੋ ਜਿਹੇ ਬੰਦਿਆਂ ਦੇ ਪਿੱਛੇ ਲੱਗਾਂਗੇ ਤਾਂ ਸਾਡਾ ਕੀ ਬਣੇਗਾ? ਹਜ਼ੂਰ ਦੀ ਪੌੜੀ ਹੈ, ਅਸੀਂ ਇਹਨੂੰ ਵਿਚਾਰਾਂਗੇ। ਮਰਦ ਕਹਿੰਦੇ ਪੌੜੀ, ਸਾਹਿਬ ਹੋਏ ਦਇਆਲ, ਰੱਬ ਦਿਆਲੂ ਹੋ ਜਾਵੇ, ਕਿਰਪਾ ਕਰੇ, ਆਪਣੀ ਬਖਸ਼ਿਸ਼ ਕਰੇ ਤਾਂ ਸਾਈ ਕਾਰ ਕਰਾਏ ਸੀ। ਤੇ ਫਿਰ ਆਪਣੀ ਮਰਜ਼ੀ ਦੇ ਸੇਵਕ ਦੇ ਕੋਲੋਂ ਕੰਮ ਕਰਾਉਂਦਾ ਹੈ, ਆਪਣੀ ਮਰਜ਼ੀ ਦੀ, ਆਪਣਾ ਭਾਣਾ ਮਨਾਉਂਦਾ ਹੈ। ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ। ਜਿਹਨੂੰ ਮਾਲਕ ਆਪਣਾ ਹੁਕਮ ਮਨਾਉਂਦਾ ਹੈ, ਉਹੀ ਸੇਵਕ ਇਸ ਸੇਵਾ ਨੂੰ ਕਰਦਾ ਹੈ। ਹੁਕਮ ਮੰਨਿਆ ਹੋਵੇ ਪ੍ਰਵਾਨ, ਮਰਜ਼ੀਆਂ ਕੀਤੀਆਂ ਨਹੀਂ, ਪੈਸੇ ਮੰਗਿਆ ਨਹੀਂ। ਦਾਤਾਰ ਕਹਿੰਦੇ ਨੇ ਰੱਬ ਦੇ ਹੁਕਮ ਨੂੰ ਮੰਨੇਗਾ, ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੈ ਕਾ ਮਹਿਲ ਪਾਏ ਸੀ। ਤਾਂ ਮਾਲਕ ਦਾ ਜਿਹੜਾ ਘਰ ਹੈ ਉਹਨੂੰ ਪਾ ਸਕਦਾ ਹੈ। ਹਜ਼ੂਰ ਕਹਿੰਦੇ ਨੇ ਖਸਮੈ ਭਾਵੈ, ਰੱਬ ਨੂੰ ਜੋ ਭਾਉਂਦਾ ਹੈ ਸੋ ਕਰੇ, ਉਹੀ ਕਰੇ। ਮਨਹੁ ਚਿੰਦਿਆ ਸੋ ਫਲ ਪਾਈ ਸੀ। ਫਿਰ ਜੋ ਮਨ ਦੇ ਵਿੱਚ ਇੱਛਾ ਕਰਦਾ ਹੈ ਉਸ ਨੂੰ ਪ੍ਰਾਪਤ ਕਰ ਲੈਂਦਾ ਹੈ। ਤਾਂ ਦਰਗਾਹ ਪੈਦਾ ਜਾਏ ਸੀ। ਇਸ ਸੰਸਾਰ ਦੇ ਵਿੱਚੋਂ ਮਾਲਕ ਦੇ ਘਰ ਦੇ ਵੱਲ ਨੂੰ ਇੱਜ਼ਤ ਦੇ ਨਾਲ ਜਾਂਦਾ ਹੈ। ਮੁੱਖ ਵਿਚਾਰ ਜਿਹੜੀ ਇਹਨਾਂ ਸ਼ਲੋਕਾਂ ਦੀ ਇਹ ਹੈ ਕਿ ਭਾਈ ਧਾਰਮਿਕ ਚਿੰਨ੍ਹ ਜਿਹੜੇ ਆਪਾਂ ਸਰੀਰ ਦੇ ਉੱਤੇ ਪਾਉਂਦੇ ਹਾਂ ਜਾਂ ਸਰੀਰ ਦੇ ਉੱਤੇ ਲਗਾਉਂਦੇ ਹਾਂ, ਸਤਿਗੁਰੂ ਕਹਿੰਦੇ ਨੇ ਇਹਨਾਂ ਦੇ ਪਿੱਛੇ ਇੱਕ ਮਾਨਸਿਕਤਾ ਹੈ ਵੀ ਇਹਨਾਂ ਨੂੰ ਪਾ ਕੇ ਸਾਡਾ ਸੁਭਾਅ ਵੀ ਚੰਗਾ ਬਣੇ, ਸਾਡਾ ਅੰਦਰ ਵੀ ਚੰਗਾ ਹੋਵੇ। ਜੇ ਅੰਦਰ ਨਹੀਂ ਚੰਗਾ ਹੈ ਇਹਨਾਂ ਨੂੰ ਪਾ ਕੇ, ਫਿਰ ਲੋਕਾਂ ਨੇ ਵੀ ਗੱਲਾਂ ਕਰਨੀਆਂ ਹੀ ਕਰਨੀਆਂ ਨੇ ਤੇ ਫਿਰ ਰੱਬ ਦੇ ਘਰ ਦੇ ਵੱਲੋਂ ਵੀ ਧੱਕੇ ਪੈਣੇ ਹੀ ਪੈਣੇ ਨੇ। ਮਹਾਰਾਜ ਕਿਰਪਾ ਕਰੇ। ਇਹ ਸ਼ਲੋਕ ਸਾਡੇ ਲਈ ਖਾਸ ਕਰਕੇ ਜ਼ਿਆਦਾ ਹੈ। ਦਾਤਾਰ ਕਿਰਪਾ ਕਰਨ। ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰਦਿਆਂ ਭੁੱਲਾਂ ਦੇ ਲਈ ਖਿਮਾ। ਫਤਿਹ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।